ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ। ਸ਼੍ਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੇਮੀ ਸਿੱਖ ਤਹਾਂ ਕੋ ਗਏ ਦੀਏ ਕਵਾਰ ਬਿਲੋਕਤ ਭਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ ਗਰੀਬ ਨਿਵਾਜ ਦੀਨ ਦਿਆਲ ਪਤਿਤ ਪਾਵਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਮਹਾਰਾਜ ਜੀਆਂ ਨੇ ਬਖਸ਼ੀਆਂ ਹਨ। ਸਾਧ ਸੰਗਤ ਜੀ, ਅੱਜ ਬਾਬਾ ਏ ਕੌਮ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਸਾਧ ਸੰਗਤ ਜੀ, ਅੱਜ ਜਨਮ ਦਿਹਾੜਾ ਹੈ। ਬਾਬਾ ਜੀਆਂ ਦੇ ਪਿਤਾ ਜੀ ਸਰਦਾਰ ਬਾਬਾ ਜੋਗਿੰਦਰ ਸਿੰਘ ਜੀ, ਸਤਿਕਾਰਯੋਗ ਮਾਤਾ ਨਿਹਾਲ ਕੌਰ ਜੀਆਂ ਦੀ ਪਾਵਨ ਪਵਿੱਤਰ ਕੁੱਖ ਤੋਂ ਪਿੰਡ ਰੋਡੇ ਜੋ ਮੋਗੇ ਜ਼ਿਲ੍ਹੇ ਵਿੱਚ ਹੈ, ਮਹਾਰਾਜ ਜੀਆਂ ਦਾ ਰੋਡੇ ਜਨਮ ਸਥਾਨ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਸ ਸਮੇਂ ਬਾਬਾ ਜੀਆਂ ਦਾ ਜਨਮ ਹੋਇਆ ਸੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਤਾਬਿਆਂ ਜਿਸ ਤਰ੍ਹਾਂ ਜਨਮ ਸੰਸਕਾਰ ਕੀਤਾ ਗਿਆ, ਹੁਕਮਨਾਮਾ ਸਾਹਿਬ ਆਇਆ ਸੀ। ਧਨਾਸਰੀ ਮਹੱਲਾ ਪੰਜਵਾ।
ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਜੱਜਾ ਅੱਖਰ ਆਰੰਭ ਵਿੱਚ ਜਿਸ ਤਰ੍ਹਾਂ ਆਉਂਦਾ ਹੈ, ਉਸ ਤੋਂ ਨਾਮ ਰੱਖਿਆ ਗਿਆ ਜਰਨੈਲ ਸਿੰਘ ਜੀ। ਅੱਜ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਹੈ। ਜਿਸ ਤਰ੍ਹਾਂ ਬਚਪਨ ਤੋਂ ਹੀ ਸਾਧ ਸੰਗਤ ਜੀ ਜੇ ਸੰਤਾਂ ਦਾ ਜੀਵਨ ਦੇਖਿਆ ਜਾਵੇ, ਬਾਬਾ ਜੀ ਹਰ ਸਮੇਂ ਬਾਣੀ ਜਿਸ ਤਰ੍ਹਾਂ ਆਪਣੇ ਦਾਦੀ ਜੀਆਂ ਤੋਂ ਮੂਲ ਮੰਤਰ ਦਾ ਜਾਪ ਦਾਦੀ ਜੀ ਕਈ ਲੰਮਾ ਸਮਾਂ ਸੁਣਾਇਆ ਕਰਦੇ ਸੀ, ਇਸੇ ਤਰ੍ਹਾਂ ਸੰਗਤ ਕਰਦਿਆਂ ਹੋਇਆਂ ਜਿਸ ਤਰ੍ਹਾਂ ਆਪਾਂ ਨਿਤਾ ਪ੍ਰਤੀ ਕਥਾ ਸੁਣਦੇ ਹਾਂ, 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਸਿੱਖਿਆ ਕਥਾ ਕੰਨਾਂ ਵਿੱਚ ਪਈ, ਸਾਖੀ ਪਈ ਕੰਨਾਂ ਦੇ ਵਿੱਚ ਭਾਈ ਗੋਦੜੀਆ ਜੀ ਦੀ। ਭਾਈ ਗੋਦੜੀਆ ਜੀ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਹੋਏ ਹਨ। 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸੀ ਭਾਈ ਗੋਦੜੀਆ ਜੀ। ਵਾਕ ਸਿੱਧੀ ਆ ਜਾਂਦੀ ਹੈ, ਜੋ ਮੁਖ ਤੋਂ ਬਚਨ ਕਰਦੇ ਹਨ ਭਾਈ ਗੋਦੜੀਆ ਜੀ, ਤਤਕਾਲ ਸਾਧ ਸੰਗਤ ਜੀ ਸਤ ਹੋ ਜਾਂਦੇ ਹਨ। ਇਹ ਵਾਕ ਸਿੱਧੀ ਆਸਾਨੀ ਨਾਲ ਹੀ ਗੁਰਸਿੱਖਾਂ 'ਚ ਪਹਿਲੀ ਅਵਸਥਾ ਵਿੱਚ ਹੀ ਆ ਜਾਂਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਮਨ 'ਤੇ ਐਸਾ ਅਸਰ ਹੋਇਆ, ਪਿਤਾ ਜੀਆਂ ਨੂੰ ਕਹਿੰਦੇ ਹਨ ਅੱਜ ਤੋਂ ਅਸੀਂ ਵੀ 21 ਪਾਠ ਸ੍ਰੀ ਜਪਜੀ ਸਾਹਿਬ ਜੀਆਂ ਦੇ ਕਰਾਂਗੇ। ਉਸ ਸਮੇਂ ਹਜੂਰ ਦੀ ਤਾਬਿਆਂ ਆ ਕੇ ਅਰਦਾਸਾਂ ਸੋਧਦੇ ਹਨ। ਬਚਪਨ ਤੋਂ ਹੀ ਸਾਧ ਸੰਗਤ ਜੀ 21 ਪਾਠ ਜਪਜੀ ਸਾਹਿਬ ਦੇ ਕਰਨਾ ਆਰੰਭ ਕਰ ਦਿੱਤੇ ਸੀ। ਤਾਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਜਿਸ ਦਿਨ ਸੰਤਾਂ ਦਾ ਆਨੰਦ ਕਾਰਜ ਸੀ, ਹਰ ਸਮੇਂ ਮਰਿਆਦਾ ਨੂੰ ਮੁੱਖ ਰੱਖਦੇ ਸਨ। ਪਹਿਲਾਂ ਜਿੱਦਾਂ ਇਕੱਠੀਆਂ ਹੀ ਲਾਵਾਂ ਪੜ੍ਹਦਿਆ ਕਰਦੇ ਸਨ, ਪਰ ਸੰਤਾਂ ਨੇ ਉੱਥੇ ਵੀ ਸਾਧ ਸੰਗਤ ਜੀ ਦੁਬਾਰ ਤੋਂ ਜਿਸ ਸਮੇਂ ਆਖਿਆ ਕੱਲੀ ਕੱਲੀ ਲਾਂ ਪੜ੍ਹੀ ਜਾਵੇਗੀ, ਉਸ ਸਮੇਂ ਕਈਆਂ ਨੇ ਕਿਹਾ ਅਬਸ਼ਗਨ ਹੈ। ਸੰਤ ਜੀ ਕਹਿੰਦੇ ਹਨ ਹਜੂਰ ਦੀ ਮਰਿਆਦਾ ਤੋਂ ਉੱਤੇ ਕੁਝ ਵੀ ਨਹੀਂ। ਸਾਰਾ ਦਿਨ ਜਿਸ ਤਰ੍ਹਾਂ ਚੁੱਪਚਾਪ ਰਹੇ, ਸ਼ਾਮ ਨੂੰ ਹੱਸਦਾ ਹੋਇਆ ਚਿਹਰਾ ਸਾਰਿਆਂ ਨੇ ਦੇਖਿਆ। ਨਾਲ ਦੇ ਪੁੱਛਦੇ ਹਨ ਸੰਤ ਜੀਆਂ ਨੂੰ, ਆਪ ਹੁਣ ਖੁਸ਼ ਹੋਏ ਹੋ? ਸੰਤ ਜੀਆਂ ਨੇ ਕਿਹਾ ਸੀ ਸਾਰਾ ਦਿਨ ਮਨ ਵਿੱਚ ਇੱਕ ਡਰ ਸੀ। ਸਾਰਿਆਂ ਪੁੱਛਿਆ ਆਨੰਦ ਕਾਰਜ ਵਾਲੇ ਦਿਨ ਤਾਂ ਸਭ ਨੂੰ ਖੁਸ਼ੀ ਹੁੰਦੀ ਹੈ। ਸੰਤ ਜੀ ਕਹਿੰਦੇ ਹਨ ਖੌਰੇ ਮੇਰਾ ਨਿਤਨੇਮ ਹੀ ਨਾ ਕਿਤੇ ਰਹਿ ਜਾਂਦਾ। ਹਜੂਰ ਨੇ ਕਿਰਪਾ ਕੀਤੀ ਹੈ, ਨਿਤਨੇਮ ਸੰਪੂਰਨ ਹੋਇਆ ਹੈ। ਕਿੰਨਾ ਨਿਤਨੇਮ ਹੋਵੇਗਾ ਇਹ ਤਾਂ ਮਹਾਂਪੁਰਸ਼ ਜੀ ਆਪ ਹੀ ਜਾਣਦੇ ਹਨ, ਜੋ ਸਵੇਰ ਤੋਂ ਲੈ ਕੇ ਸ਼ਾਮ ਤੀਕਰ ਸੰਪੂਰਨ ਹੋਇਆ ਹੈ। ਐਸੇ ਸਾਧ ਸੰਗਤ ਜੀ ਫਿਰ ਜਿਸ ਤਰ੍ਹਾਂ ਹਜੂਰ ਦੀ ਗੁਰਬਾਣੀ ਕਹਿੰਦੀ ਹੈ, ਕਰਮ ਖੰਡ ਕੀ ਬਾਣੀ ਜੋਰ, ਉਹਨਾਂ ਦੀ ਬਾਣੀ ਵਿੱਚ ਜ਼ੋਰ ਆ ਜਾਂਦਾ ਹੈ। ਪੱਥਰ ਤਿੱਕਰ ਨੂੰ ਪਾੜਨ ਦੀ ਸਮਰੱਥਾ ਰੱਖਦੀ ਹੈ, ਇੰਨਾ ਜ਼ੋਰ ਉਹਨਾਂ ਦੀ ਬਾਣੀ ਮੁਖ ਤੋਂ ਉਚਾਰੇ ਹੋਏ ਬਚਨਾਂ ਵਿੱਚ ਆ ਜਾਂਦਾ ਹੈ। ਤਾਂ ਹੀ ਸਾਧ ਸੰਗਤ ਜੀ ਨੌਜਵਾਨ ਉਹਨਾਂ ਦੇ ਇੱਕ ਬਚਨ ਕਹੇ ਤੇ ਕੇਸ ਰੱਖ ਲਿਆ ਕਰਦੇ ਸਨ। ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸੱਜ ਜਾਂਦੇ ਸਨ। ਕਰਮ ਖੰਡ ਕੀ ਬਾਣੀ ਜੋਰ, ਉਹਨਾਂ ਦੀ ਬਾਣੀ ਸਦਾ ਜੋੜਨ ਵਾਲੀ ਹੁੰਦੀ ਹੈ, ਸਦਾ ਹੀ ਸ਼ਾਂਤੀ ਦੇ ਪੁਜਾਰੀ ਹੁੰਦੇ ਹਨ। ਪਰ ਫਿਰ ਵੀ ਜਦੋਂ ਕੋਈ ਵਾਅਦਾ ਕਰੇ, ਫਿਰ ਸਾਧ ਸੰਗਤ ਜੀ ਹਜੂਰ ਦੇ ਦਿੱਤੇ ਹੋਏ ਆਦਰਸ਼, ਜਿਸ ਤਰ੍ਹਾਂ ਸ਼ਸਤਰ ਮਹਾਰਾਜ ਜੀਆਂ ਨੇ ਗੁਰੂ ਕੇ ਸਿੰਘਾਂ ਦੇ ਗਾਤਰੇ ਪਹਿਨਾਏ ਹਨ, ਮੀਰੀ ਤੇ ਪੀਰੀ ਦੇ ਸਿਧਾਂਤ ਦਿੱਤੇ ਹਨ। ਸਿੱਖ ਹਰ ਸਮੇਂ ਸ਼ਾਂਤੀ ਹੀ ਚਾਹੁੰਦਾ ਹੈ, ਪਰ ਫਿਰ ਵੀ ਜੇ ਕੋਈ ਅੱਗੋਂ ਨਾ ਹਟੇ, ਜਿਸ ਤਰ੍ਹਾਂ ਸਾਧ ਸੰਗਤ ਜੀ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਐਸੇ ਸੰਤ ਮਹਾਂਪੁਰਸ਼ ਜਨਮਾਂ ਮਰਨਾਂ ਤੋਂ ਬਾਹਰੇ ਹੁੰਦੇ ਹਨ, ਸੰਸਾਰ ਨੂੰ ਸੇਧ ਦੇਣ ਵਾਸਤੇ ਆਉਂਦੇ ਹਨ। ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਜੇ ਜ਼ਮੀਰ ਵੇਚ ਕੇ ਜੀਣਾ ਪਵੇ, ਇਸ ਤੋਂ ਬੱਤਰ ਗੁਰਸਿੱਖ ਆਪਣੇ ਆਪ ਨੂੰ ਮੌਤ ਸਮਝਦੇ ਹਨ ਕਿ ਸਾਨੂੰ ਮੌਤ ਹੀ ਆ ਜਾਵੇ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜੀ ਦਾਨ ਦੇ ਭਗਤੀ ਲਾਇਣ ਹਰਸਿਓ ਲੈਣ ਮਿਲਾਏ। ਉਹਨਾਂ ਵੱਲ ਤੱਕਦਿਆਂ ਹੀ ਗੁਰਸਿੱਖ ਸਾਧ ਸੰਗਤ ਜੀ ਗੁਰਸਿੱਖ ਅੰਮ੍ਰਿਤ ਛਕ ਲਿਆ ਕਰਦੇ ਸਨ। ਐਸਾ ਬਾਣੀ ਵਿੱਚ ਜ਼ੋਰ ਆ ਜਾਂਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਹਰ ਕੋ ਸੇਵੈ ਹਰ ਕੇ ਸੰਤ, ਹਰ ਜਨ ਹਰ ਮੈਂ ਭੇਦ ਨਾ ਰੰਚ। ਐਸੇ ਸੰਤਾਂ ਮਹਾਂਪੁਰਸ਼ਾਂ ਤੇ ਅਕਾਲ ਪੁਰਖ ਹਰੀ ਦੇ ਵਿੱਚ ਰਤੀ ਮਾਤਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਗੁਰਸਿੱਖੋ ਭੇਦ ਨਾ ਸਮਝਣਾ। ਐਸੇ ਸਾਧ ਸੰਗਤ ਜੀ ਅੱਜ ਉਹੀ 2 ਜੂਨ ਦਾ ਦਿਹਾੜਾ ਹੈ।
ਅੱਜ ਦੇ ਦਿਨ ਸਾਰੇ ਪੰਜਾਬ ਨੂੰ ਸਾਧ ਸੰਗਤ ਜੀ ਜਿਸ ਤਰ੍ਹਾਂ ਕਰਫਿਊ ਲਾ ਦਿੱਤਾ ਗਿਆ ਸੀ, ਸਾਰੇ ਪੰਜਾਬ ਨੂੰ ਆਮ ਭਾਰਤ ਨਾਲੋਂ ਵੱਖ ਕਰ ਦਿੱਤਾ ਸੀ। ਦਰਬਾਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਬਿਜਲੀ ਤੇ ਪਾਣੀ ਦੀ ਸਪਲਾਈ ਵੀ ਕੱਟ ਕਰ ਦਿੱਤੀ ਗਈ ਸੀ, ਮੀਡੀਆ ਵੀ ਸਾਧ ਸੰਗਤ ਜੀ ਸਭ ਬੰਦ ਕਰ ਦਿੱਤਾ ਗਿਆ ਸੀ। ਅੱਜ ਦੇ ਦਿਨ ਜਿਹੜੀਆਂ ਫੌਜਾਂ ਸੀ ਸਾਰੇ ਦਰਬਾਰ ਸਾਹਿਬ ਨੂੰ ਘੇਰ ਲਿਆ ਸੀ। ਉਧਰੋਂ ਸਾਧ ਸੰਗਤ ਜੀ ਚਾਣਕਿਆ ਨੀਤੀ ਰਾਜਨੀਤੀ ਖੇਡਦੀ ਹੋਈ ਹੈ। ਇੰਦਰਾ ਸ਼ਾਮ ਨੂੰ ਭਾਸ਼ਣ ਦਿੰਦੀ ਹੈ, ਰਾਤ ਨੂੰ 8:30 ਵਜੇ ਦੇ ਤਕਰੀਬਨ ਲਾਗੇ ਦੂਰਦਰਸ਼ਨ ਚੈਨਲ ਤੇ ਕਿ ਆਵਾਜ਼ ਲੜਖੜਾਉਂਦੀ ਸੀ ਇਸ ਬੀਬੀ ਦੀ ਤੇ ਮੁੱਖੋਂ ਕਹਿੰਦੀ ਸੀ ਖੂਨ ਨਾ ਵਹਾਇਓ, ਨਫ਼ਰਤ ਤਿਆਗੋ। ਐਸੀ ਰਾਜਨੀਤੀ ਖੇਡਦੀ ਹੋਈ ਅੱਜ ਦੇ ਦਿਨ ਸਾਧ ਸੰਗਤ ਜੀ ਸਾਰਾ ਪੰਜਾਬ ਜਿਸ ਤੇ ਸ਼ਹਾਦਤਾਂ ਦਾ ਸੂਰਜ ਚੜ੍ਹਿਆ ਸੀ, ਮਹਾਰਾਜ ਜੀ ਕਿਰਪਾ ਕਰਨ ਐਸੇ ਸੂਰਬੀਰ ਬਹਾਦਰ ਯੋਧਿਆਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਚੱਲਣ ਦਾ ਮਹਾਰਾਜ ਜੀ ਬਲ ਬਖਸ਼ਣ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਨਿਤਾ ਪ੍ਰਤੀ ਕੱਲ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਗੁਰੂ ਜੀ ਨੇ ਕਿਰਪਾ ਕਰਕੇ ਆਰੰਭ ਕਰਵਾਇਆ ਸੀ, ਜਿਨ੍ਹਾਂ ਬਾਬਤ ਭੱਟ ਸਾਹਿਬਾਨ ਫਰਮਾਉਂਦੇ ਹਨ, ਅਮਿਓ ਰਸਨਾ ਬਦਨ ਬਰਦਾਤ। ਹਜੂਰ ਜਦੋਂ ਵੀ ਆਪਣੀ ਰਸਨਾ ਤੋਂ ਕੋਈ ਬਚਨ ਉਚਾਰਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਅਮਿਓ ਮਾਨੋ ਕਿ ਅੰਮ੍ਰਿਤ ਹੀ ਕਿਰਦਾ ਹੈ। ਬਦਨ ਬਰਦਾਤ ਤੇ ਬਦਨ ਮੁਖ ਨੂੰ ਕਹਿੰਦੇ ਹਨ। ਹਜੂਰ ਜਦੋਂ ਵੀ ਕੋਈ ਮੁਖ ਤੋਂ ਬਚਨ ਕਹਿੰਦੇ ਮਾਨੋ ਕਿ ਗੁਰਸਿੱਖਾਂ ਨੂੰ ਬਰਦਾਤ ਹਜੂਰ ਗੁਰਸਿੱਖੀ ਦਾ ਹੀ ਦਾਨ ਬਖਸ਼ੀ ਆਉਂਦੇ ਹਨ। ਅਲੱਖ ਅਪਾਰ ਗੁਰਸੂਰ ਜਿਨ੍ਹਾਂ ਗੁਰੂ ਜੀਆਂ ਨੂੰ ਲਖਿਆ ਨਹੀਂ ਜਾ ਸਕਦਾ, ਜਿਨ੍ਹਾਂ ਅਪਾਰ ਹਨ ਗੁਰੂ ਜੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਐਸੇ ਸੂਰਬੀਰ ਗੁਰੂ ਜੀ ਸ਼ਬਦ ਹਉਮੈ ਨਿਵਾਰਿਓ। ਗੁਰਸਿੱਖਾਂ ਦੀ ਝੋਲੀ ਵਿੱਚ ਐਸੀ ਸ਼ਬਦ ਦੀ ਦਾਤ ਮਹਾਰਾਜ ਜੀਆਂ ਨੇ ਪਾਈ ਹੈ। ਗੁਰਸਿੱਖ ਕਦੇ ਸਾਧ ਸੰਗਤ ਜੀ ਹਉਮੈ ਨਹੀਂ ਕਰਦੇ ਪਦਾਰਥਾਂ ਦੀ। ਪੰਚਾਹਰਣ ਦਲਿਓ, ਪੰਜਾਂ ਸਾਧ ਸੰਗਤ ਜੀ ਇੰਦਰੀਆਂ ਨੂੰ ਤੇ ਪੰਜਾਂ ਵਿਕਾਰਾਂ ਨੂੰ ਗੁਰਸਿੱਖਾਂ ਨੇ ਦਲ ਦਿੱਤਾ ਹੈ। ਐਸੀ ਭੱਟ ਉਸਤਤ ਕਰਦੇ ਹਨ, ਜਿਤ ਲਾਇਨ ਤਿੱਤੈ ਲੱਗਦੀਆਂ ਨਹਿ ਖਿੰਝੋ ਤਾੜਾ। ਆਪਾਂ ਜੇ ਦੇਖੀਏ ਨੇਤਰ ਕਿਤੇ ਵੀ ਭੱਜੇ ਫਿਰਦੇ ਹਨ, ਕੰਨ ਕਿਤੇ ਵੀ ਭੱਜੇ ਫਿਰਦੇ ਹਨ। ਐਸਾ ਸ਼ਬਦ ਦੀ ਹਜੂਰ ਨੇ ਦਾਤ ਬਖਸ਼ੀ ਹੈ। ਗੁਰਸਿੱਖ ਜਿੱਥੇ ਆਪਣੇ ਨੇਤਰ ਲਾਉਂਦੇ ਹਨ ਹਰ ਸਮੇਂ ਹਜੂਰ ਦੀ ਬਾਣੀ ਪੜ੍ਹਨ ਵੱਲ ਨੇਤਰ ਲਾਉਂਦੇ ਹਨ, ਕੰਨ ਹਜੂਰ ਦੇ ਸ਼ਬਦ ਸੁਣਨ ਵਿੱਚ ਲਾਉਂਦੇ ਹਨ। ਚਾਹੇ ਸੰਸਾਰੀ ਕੋਈ ਵੀ ਗੱਲ ਕਰੀ ਜਾਵੇ ਉਹਨਾਂ ਨੂੰ ਸੁਣਦਾ ਹੀ ਨਹੀਂ, ਜਿੱਥੇ ਉਹ ਲਾਉਂਦੇ ਹਨ। ਐਸੇ ਗੁਰਸਿੱਖਾਂ ਨੇ ਦਲ ਦਿੱਤਾ ਹੈ। ਸੁਨ ਸਹਿਜ ਨਿਜ ਘਰ ਸਹਾਰਿਓ। ਐਸੀ ਸੁਨ ਅਵਸਥਾ ਵਿੱਚ ਰਹਿੰਦੇ ਹਨ। ਹਿਰਦੇ ਦੇ ਵਿੱਚ ਸਾਧ ਸੰਗਤ ਜੀ ਸਭ ਕਾਇਨਾਤ ਦੀਆਂ ਸ਼ਕਤੀਆਂ ਆ ਕੇ ਪੈ ਜਾਂਦੀਆਂ ਹਨ। ਜਿਸ ਤਰ੍ਹਾਂ ਸੰਤ ਜੀਆਂ ਦਾ ਜ਼ਿਕਰ ਆਇਆ ਸੀ, ਕਰਮ ਖੰਡ ਕੀ ਬਾਣੀ ਜੋਰ, ਜਿਨ੍ਹਾਂ ਦੀ ਬਾਣੀ ਵਿੱਚ ਹੀ ਇੰਨਾ ਜ਼ੋਰ ਸੀ ਕੀ ਨਹੀਂ ਸੀ ਕਰ ਸਕਦੇ। ਅੱਜ ਵੀ ਅੱਗੇ ਇਤਿਹਾਸ ਵਿੱਚ ਆਏਗਾ। ਜਿਸ ਤਰ੍ਹਾਂ ਭਾਈ ਪ੍ਰਾਣਾ ਜੀ ਹਜੂਰ ਨੂੰ ਬਚਨ ਕਹਿੰਦੇ ਹਨ, ਸਾਧ ਸੰਗਤ ਜੀ ਪਰ ਨਿਜ ਘਰ ਸਹਾਰਿਓ। ਆਪਣੇ ਹਿਰਦੇ ਦੇ ਵਿੱਚ ਗੁਰਸਿੱਖ ਸਭ ਸ਼ਕਤੀਆਂ ਸਹਾਰ ਲੈਂਦੇ ਹਨ। ਮਹਾਦਾਨ ਸਤਿਗੁਰ ਗਿਆਨ ਕੀ ਵਰ ਦਿੰਦੇ ਹਨ ਹਜੂਰ ਆਪਣੇ ਮੁਖ ਤੋਂ। ਗੁਰੂ ਕੇ ਘਰ ਦਾ ਗਿਆਨ ਦਿੰਦੇ ਹਨ ਗੁਰਸਿੱਖਾ। ਸੇਵਾ ਸਿਮਰਨ ਇਹ ਦੋ ਪੰਖ ਹਨ, ਇਹਨਾਂ ਨੂੰ ਲਾ ਕੇ ਆਕਾਸ਼ ਵਿੱਚ ਉਡਾਰੀਆਂ ਭਰੀ। ਮਨ ਚਾਉ ਨਾ ਹੁਟੈ, ਤੇ ਗੁਰਸਿੱਖਾਂ ਦੇ ਮਨ ਵਿੱਚੋਂ ਵੀ ਚਾਹ ਨਹੀਂ ਹਟਦਾ, ਹਜੂਰ ਦੀ ਬਾਣੀ ਤੋਂ ਮੁਖ ਨਹੀਂ ਫੋੜਦੇ। ਇਸੇ ਤਰ੍ਹਾਂ ਸਾਧ ਸੰਗਤ ਜੀ ਹਜੂਰ ਆਪ ਗੁਰਸਿੱਖਾਂ ਦੀ ਸੇਵਾ ਕਰਿਆ ਕਰਦੇ ਸਨ। ਜਿਸ ਸਮੇਂ ਪਤਾ ਲੱਗਾ ਕਾਬਲ ਤੋਂ ਸੰਗਤ ਆਈ ਹੈ, ਭੁੱਖ ਪਿਆਸ ਲੱਗੀ ਹੋਵੇਗੀ, ਮਾਤਾ ਗੰਗਾ ਜੀਆਂ ਨੂੰ ਲੈ ਕੇ ਹਜੂਰ ਸਾਧ ਸੰਗਤ ਜੀ ਆਪ ਹੀ ਮਹਾਰਾਜ ਜੀ ਸਬਜ਼ੀ ਆਦਿਕ ਲੈ ਕੇ ਮਾਤਾ ਜੀਆਂ ਨੇ ਆਪਣੇ ਸੀਸ ਤੇ ਪ੍ਰਸ਼ਾਦਿਆਂ ਦਾ ਟੋਕਰਾ ਚੱਕਿਆ ਹੈ। ਅੰਮ੍ਰਿਤਸਰ ਤੋਂ ਬਾਅਦ ਬਾਹਰ ਜਿਸ ਤਰ੍ਹਾਂ ਕਾਬਲ ਦੀ ਸੰਗਤ ਨੇ ਡੇਰਾ ਲਾਇਆ ਸੀ, ਮਹਾਰਾਜ ਜੀ ਆਪ ਸੰਗਤ ਦੀ ਸੇਵਾ ਵਿੱਚ ਰਾਤ ਪੁੱਜੇ ਹਨ। ਹਜੂਰ ਕੀ ਕਰਦੇ ਹਨ ਸਾਧ ਸੰਗਤ ਜੀ, ਆਪਣੇ ਕਰ ਕਮਲਾਂ ਨਾਲ ਹਜੂਰ ਨੇ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਹੈ। ਇੰਨਾ ਹੀ ਨਹੀਂ,
ਹਜੂਰ ਉਹਨਾਂ ਦੀ ਥਕਾਨ ਦੂਰ ਕਰਨ ਵਾਸਤੇ ਮੁੱਠੀ ਚਾਪੀ ਕਰ ਰਹੇ ਹਨ। ਮਹਾਰਾਜ ਜੀ ਅੰਮ੍ਰਿਤ ਵੇਲਾ ਹੁੰਦਾ ਹੈ, ਸੰਗਤਾਂ ਕਹਿੰਦੀਆਂ ਹਨ ਸਾਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਾ ਦਿਓ ਗੁਰਸਿੱਖੋ। ਮਹਾਰਾਜ ਜੀ ਅੱਗੇ ਅੱਗੇ ਤੁਰੇ ਜਾਂਦੇ ਹਨ, ਆਓ ਤੁਹਾਨੂੰ ਹਜੂਰ ਦੇ ਦਰਸ਼ਨ ਕਰਾਉਂਦੇ ਹਾਂ। ਮੰਜੀ ਸਾਹਿਬ ਵਾਲੇ ਅਸਥਾਨ ਤੇ ਸਾਧ ਸੰਗਤ ਜੀ ਜਦੋਂ ਸੰਗਤਾਂ ਪੁੱਜਦੀਆਂ ਹਨ, ਬਾਹਰ ਜੋੜਾ ਲਾਉਂਦੀਆਂ ਹਨ ਸੰਗਤਾਂ, ਫਿਰ ਮਨ ਵਿੱਚ ਸੰਗਤਾਂ ਦੇ ਖਿਆਲ ਆਉਂਦਾ ਹੈ ਕੋਈ ਜੋੜਾ ਚੱਕ ਕੇ ਹੀ ਨਾ ਲੈ ਜੇ। ਹਜੂਰ ਕਹਿੰਦੇ ਹਨ ਅਸੀਂ ਆਪ ਤੁਹਾਡੇ ਜੋੜਿਆਂ ਦੀ ਰਾਖੀ ਬੈਠਦੇ ਹਾਂ, ਤੁਸੀਂ ਹਜੂਰ ਦੇ ਦਰਸ਼ਨ ਕਰੋ। ਸੰਗਤਾਂ ਅੰਦਰ ਜਾ ਕੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਪੁੱਛਦੀਆਂ ਹਨ ਹਜੂਰ ਕਿਸ ਸਮੇਂ ਸਾਨੂੰ ਹਜੂਰ ਦੇ ਦਰਸ਼ਨ ਹੋਣਗੇ। ਬਾਬਾ ਬੁੱਢਾ ਜੀ ਕਹਿੰਦੇ ਹਨ ਹਜੂਰ ਤਾਂ ਰਾਤ ਦੇ ਹੀ ਆਪ ਦੀ ਸੇਵਾ ਵਿੱਚ ਗਏ ਹੋਏ ਹਨ ਆਪ ਜੀਆਂ ਦੀ। ਸੰਗਤਾਂ ਕੀ ਦੇਖਦੀਆਂ ਹਨ? ਉਹ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਾਡੀਆਂ ਰਾਤ ਲੱਤਾਂ ਘੁੱਟਦੇ ਰਹੇ ਹਨ। ਉਹਨਾਂ ਨੂੰ ਤਾਂ ਅਸੀਂ ਜੋੜਿਆਂ 'ਚ ਬਿਠਾ ਆਏ ਹਾਂ। ਜਿਸ ਸਮੇਂ ਸੰਗਤ ਜਾ ਕੇ ਤੱਕਦੀ ਹੈ ਹਜੂਰ ਆਪਣੇ ਗਲ ਵਾਲੇ ਪੱਲੂ ਨਾਲ ਸੰਗਤਾਂ ਦੇ ਜੋੜੇ ਝਾੜ ਰਹੇ ਹੁੰਦੇ ਹਨ। ਐਸਾ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ। ਸੰਗਤ ਦੀ ਸੇਵਾ ਕਰਦਿਆਂ ਹੋਇਆ ਹਜੂਰ ਦੇ ਮਨ ਤੋਂ ਕਦੇ ਚਾਹ ਨਹੀਂ ਸੀ ਹਟਦਾ। ਇਸੇ ਤਰ੍ਹਾਂ ਬਚਨ ਆਉਂਦੇ ਹਨ ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿ ਥਾ। ਇਹ ਜੋ ਸੰਸਾਰ ਸਮੁੰਦਰ ਹੈ, ਜੀਵ ਇਸ ਵਿੱਚ ਸਾਧ ਸੰਗਤ ਜੀ ਬੜਾ ਦੁੱਖ ਆਉਂਦਾ ਹੈ ਜੀਵਾਂ ਨੂੰ, ਪਰ ਹਜੂਰ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਸਾਡੀ ਝੋਲੀ ਵਿੱਚ ਪਾ ਕੇ ਇੱਕ ਜਹਾਜ਼ ਤਿਆਰ ਕਰ ਦਿੱਤਾ ਹੈ। ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਧਰਿਓ। ਐਸਾ ਸਤਿਗੁਰਾਂ ਦੇ ਨਾਲ ਸੰਗਤਾਂ ਪ੍ਰੇਮ ਕਰਦੀਆਂ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਐਸੀ ਦਾਤ ਗੁਰਸਿੱਖਾਂ ਤੇ ਬਖਸ਼ਦੇ ਹਨ। ਨਾਮ ਲਾਗ, ਨਾਮ ਦੀ ਤਾਂ ਗੁਰਸਿੱਖਾਂ ਨੂੰ ਲਾਗ ਲੱਗ ਜਾਂਦੀ ਹੈ, ਟੇਵ ਲੱਗ ਜਾਂਦੀ ਹੈ। ਨਾਮ ਲਾਗ ਜਗ ਉਧਰਿਓ। ਇੱਕ ਦੋ ਨਹੀਂ, ਸਾਰਾ ਸੰਸਾਰ ਹੀ ਅੱਜ ਸੱਚਖੰਡ ਨੂੰ ਜਾ ਰਿਹਾ ਹੈ। ਜਿਸ ਤਰ੍ਹਾਂ ਅੱਗੇ ਭੱਟ ਸਾਹਿਬਾਨ ਫਰਮਾਉਂਦੇ ਹਨ ਜਗਤ ਉਦਾਹਰਣ ਨਾਮ ਸਤਿਗੁਰ ਤੁਠੈ ਪਾਇਓ। ਅਬ ਨਾ ਹੈ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ। ਕਹਿੰਦੇ ਹਨ ਜਗਤ ਨੂੰ ਉਦਾਹਰਣ ਵਾਲਾ ਨਾਮ ਜੇ ਪੁੱਛੀਏ ਭੱਟ ਸਾਹਿਬਾਨ ਗੁਰਸਿੱਖਾਂ ਨੇ ਕਿੱਥੋਂ ਪਾਇਆ ਹੈ? ਕਹਿੰਦੇ ਹਨ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਰੁੱਠਦੇ ਹਨ ਕਿਸੇ ਗੁਰਸਿੱਖ ਤੇ, ਉਹਨੂੰ ਨਾਮ ਦੀ ਦਾਤ ਬਖਸ਼ਦੇ ਹਨ। ਅੱਜ ਜੇ ਸਾਧ ਸੰਗਤ ਜੀ ਆਪਾਂ ਜੇ ਹਜੂਰ ਦਾ ਜਸ ਸੁਣ ਰਹੇ ਹਾਂ, ਮਾਨੋ ਕਿ ਹਜੂਰ ਸਾਡੇ ਤੇ ਤਰੁੱਠੇ ਹਨ। ਹਜੂਰ ਆਪਣੇ ਨਾਮ ਦੀ ਦਾਤ ਸਤ ਸੰਗਤ ਵਿੱਚ ਲਿਆ ਕੇ ਬਖਸ਼ਦੇ ਹਨ। ਫਿਰ ਸਾਧ ਸੰਗਤ ਜੀ ਜਗਤ ਉਦਾਹਰਣ ਨਾਮ ਸਤਿਗੁਰ ਤੁਠੈ ਪਾਇਓ। ਅਬ ਨਾ ਹੈ ਅਵਰ ਸਰ ਕਾਮ। ਭੱਟ ਜੀ ਕਹਿੰਦੇ ਹਨ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਰਹਿ ਜਾਂਦਾ, ਜਾਂ ਸਾਰੇ ਕੰਮ ਸਰ ਜਾਂਦੇ ਹਨ। ਸਰ ਕਾਮ ਬਾਰੰਤਰ ਪੂਰੀ ਪੜੀ। ਇੱਥੇ ਵੀ ਉਹਨਾਂ ਦੀ ਪੂਰੀ ਪੈਂਦੀ ਹੈ, ਪਰ ਲੋਕ ਵਿੱਚ ਵੀ ਜੈ ਜੈਕਾਰ ਦੇ ਡੰਕੇ ਖੜਕ ਜਾਂਦੇ ਹਨ। ਸਾਧ ਸੰਗਤ ਜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਉਹੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਹੜਾ ਜੋਤ ਰੂਪ ਕਾਲ ਪੁਰਖ ਵਾਹਿਗੁਰੂ ਹੈ, ਉਹਨਾਂ ਨੇ ਆਪਣਾ ਨਾਮ ਗੁਰੂ ਨਾਨਕ ਕਹਾਉਣਾ ਕੀਤਾ। ਤਾਸਿਓ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਉਹਨਾਂ ਵਿੱਚ ਹੀ ਤਤਾਂ ਵਿੱਚ ਤਤ ਰਲ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਸੱਜ ਬੈਠੇ ਹਨ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਰਪਾ ਧਾਰ ਕੇ ਸਾਡੇ ਕਲਿਆਣ ਵਾਸਤੇ ਥਿਰ ਹੋ ਗਏ ਹਨ ਗੁਰਤਾ ਗੱਦੀ ਤੇ। ਗੁਰ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਫਿਰ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਨੂੰ ਉਹ ਅੰਮ੍ਰਿਤ ਦਾ ਛਤਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਤੋਂ ਪ੍ਰਾਪਤ ਹੋਇਆ ਹੈ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨੈਣ। ਭੱਟ ਮਥੁਰਾ ਜੀ ਕਹਿੰਦੇ ਹਨ ਪੰਜਵਾਂ ਸਰੂਪ ਕਾਲ ਪੁਰਖ ਰੂਪ ਗੁਰੂ ਅਰਜਨ ਦੇਵ ਜੀਆਂ ਨੂੰ ਅੱਖਾਂ ਨਾਲ ਵੇਖ ਲੋ ਦੁਨਿਆਵੀ ਲੋਕੋ। ਆਪ ਕਾਲ ਪੁਰਖ ਵਾਹਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਖਤ ਤੇ ਸੱਜ ਬੈਠੇ ਹਨ। ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਰੋਆ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ।
ਅੱਜ ਵੀ ਸ਼ਸਤਰਾਂ ਦੇ ਸਮੇਤ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਆਤਮਿਕ ਰੂਪ ਅੱਜ ਵੀ ਤਖਤ ਤੇ ਸਾਧ ਸੰਗਤ ਜੀ ਸੱਜ ਬੈਠੇ ਹਨ। ਸਤਿਗੁਰ ਕਾ ਖਿਵੈ ਚੰਦੋਆ, ਹਜੂਰ ਦਾ ਉੱਪਰ ਝੂਲਦਾ ਹੋਇਆ ਚੰਦੋਆ ਭਾਰੀ ਸੋਭਾ ਪਾ ਰਿਹਾ ਹੈ। ਜਿਨ੍ਹਾਂ ਬਾਬਤ ਸਾਧ ਸੰਗਤ ਜੀ ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਮਥੁਰਾ ਜੀ ਕਹਿੰਦੇ ਹਨ, ਅਸੀਂ ਤਤ ਦੀ ਗੱਲ ਦੱਸਦੇ ਹਾਂ, ਸਭ ਕੁਝ ਵਿਚਾਰ ਕੇ ਕਹਿੰਦੇ ਹਾਂ। ਹਜੂਰ ਨੇ ਜਗ ਦੇ ਤਾਰਨ ਵਾਸਤੇ ਆਪਣਾ ਅਵਤਾਰ ਧਾਰਨ ਕੀਤਾ ਹੈ। ਹਜੂਰ ਨੂੰ ਕਿਸੇ ਦੀ ਲੋੜ ਨਹੀਂ, ਗੁਰਸਿੱਖਾਂ ਨੂੰ ਹਜੂਰ ਦੀ ਲੋੜ ਹੈ। ਜਪਿਓ ਜਿਨ ਅਰਜੁਨ ਦੇਵ ਗੁਰੂ, ਜੋ ਇੱਕ ਵਾਰੀ ਆਪਣੀ ਰਸਨਾ ਤੋਂ ਕਹਿ ਦਿੰਦਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਇੰਨੇ ਵਿੱਚ ਹੀ ਫਿਰ ਸੰਕਟ ਜੋਨ ਗਰਭ ਨਾ ਆਇਓ। ਜਨਮਾਂ ਮਰਨਾ ਦੇ ਬੰਧਨ ਤੋੜ ਦਿੰਦਾ ਹੈ ਉਹ ਗੁਰਸਿੱਖ। ਐਨਾ ਹੀ ਨਹੀਂ, ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਾਰ। ਕਹਿੰਦੇ ਹਨ ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਕਹਿੰਦੇ ਹਨ ਭੰਨ ਮਥੁਰਾ ਜੀ ਜੋ ਪ੍ਰਤੱਖ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰ ਰਹੇ ਹਨ, ਕਹਿੰਦੇ ਹਨ ਪ੍ਰਤੱਖ ਹਰੀ ਹੀ ਤਖਤ ਤੇ ਸੱਜ ਬੈਠੇ ਹਨ। ਆਓ ਸਾਧ ਸੰਗਤ ਜੀ, ਆਪ ਜੀਆਂ ਨੇ ਕੱਲ ਇਤਿਹਾਸ ਸ਼ਰਵਣ ਕੀਤਾ ਸੀ, ਜਿਹੜੇ ਕਾਰਨ ਬਣਦੇ ਹਨ ਹਜੂਰ ਦੇ ਲਾਹੌਰ ਆਉਣ ਦੇ। ਧੰਨ ਭਾਈ ਸੱਧੂ ਜੀ, ਜੋ ਸਾਧ ਸੰਗਤ ਜੀ ਬੜਾ ਗਰੀਬ ਗੁਰਸਿੱਖ ਹੈ, ਅਰਦਾਸ ਕਰਦਾ ਹੈ ਮਹਾਰਾਜ ਜੀ ਤੁਸੀਂ ਤਾਂ ਦੀਨਾਂ ਤੇ ਦਇਆ ਕਰਨ ਵਾਲੇ ਹੋ। ਭਾਈ ਸੱਧੂ ਜੀ ਸਾਧ ਸੰਗਤ ਜੀ, ਕਿਸੇ ਨੇ ਐਡਰੈਸ ਨਾ ਸੀ ਦਿੱਤਾ ਹਜੂਰ ਨੂੰ ਭਾਈ ਸੱਧੂ ਦੇ ਘਰ ਦਾ, ਪਰ ਗੁਰਸਿੱਖ ਜਿਸ ਸਮੇਂ ਤੱਕਦਾ ਹੈ ਮੇਰੇ ਘਰ ਦੇ ਬਾਹਰ ਆਪ ਹਜੂਰ ਆ ਖਲੋਤੇ ਹਨ। ਭਾਈ ਸੱਧੂ ਜੀ ਨਵੇਂ ਵਿਛਾਉਣੇ ਵਿਛਾਉਂਦੇ ਹਨ। ਗੁਰਸਿੱਖ ਸਾਧ ਸੰਗਤ ਜੀ ਕੱਲਾ ਯਾਦ ਹੀ ਨਾ ਸੀ ਕਰਦਾ, ਤਿਆਰੀ ਵੀ ਕੀਤੀ ਸੀ ਕਿ ਗਰੀਬਾਂ ਦੇ ਘਰ ਮਹਾਰਾਜ ਜੀ ਜ਼ਰੂਰ ਭਾਗ ਲਾਉਣਗੇ। ਐਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਧਨਾੜ ਲਾਹੌਰ ਦੇ ਗੁਰਸਿੱਖ ਛੱਡ ਕੇ ਭਾਈ ਸੱਧੂ ਦੇ ਘਰੇ ਹਜੂਰ ਨੇ ਆਪ ਪ੍ਰਵੇਸ਼ ਕੀਤਾ ਹੈ। ਪ੍ਰਸ਼ਾਦਾ ਛਕ ਕੇ ਹਜੂਰ ਮੁਖ ਤੋਂ ਕਹਿੰਦੇ ਹਨ ਭਾਈ ਸੱਧੂ ਬੜਾ ਸਵਾਦ ਪ੍ਰਸ਼ਾਦਾ ਬਣਾਇਆ ਹੈ। ਹਜੂਰ ਨੂੰ ਤਾਂ ਸਾਧ ਸੰਗਤ ਜੀ ਪ੍ਰਸ਼ਾਦਾ ਤਾਂ ਲੋੜ ਹੀ ਨਹੀਂ ਹੈ, ਪਰ ਗੁਰਸਿੱਖ ਦਾ ਪ੍ਰੇਮ ਹਜੂਰ ਛਕਦੇ ਹਨ। ਉਧਰ ਭਾਈ ਸੱਧੂ ਜੀ ਹੱਥ ਜੋੜ ਕੇ ਕਹਿੰਦੇ ਹਨ ਮਹਾਰਾਜ ਜੀ ਮੈਂ ਗਰੀਬ ਆਪ ਜੀਆਂ ਦੀ ਕੀ ਸੇਵਾ ਕਰ ਸਕਦਾ ਹਾਂ। ਲਾਹੌਰ ਦੇ ਵਿੱਚ ਗੁਰਸਿੱਖ ਸੰਗਤਾਂ ਪੁੱਛਦੀਆਂ ਹਨ ਇਹ ਕੌਣ ਹੈ ਭਾਈ ਸੱਧੂ ਜਿੰਦੇ ਘਰੇ ਹਜੂਰ ਨੇ ਆ ਕੇ ਪੜਾਅ ਕੀਤਾ ਹੈ। ਸਾਧ ਸੰਗਤ ਜੀ ਇੱਕ ਦਿਨ ਪਹਿਲਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਭਾਈ ਸੱਧੂ ਕੌਣ ਹੈ। ਅੱਜ ਸਭ ਲਾਹੌਰ ਨੂੰ ਪਤਾ ਹੈ ਕਿ ਭਾਈ ਸੱਧੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦਾ ਸਿੱਖ ਹੈ। ਉਸ ਤੋਂ ਉਪਰੰਤ ਸਾਧ ਸੰਗਤ ਜੀ ਜਿਸ ਤਰ੍ਹਾਂ ਜਹਾਂਗੀਰ ਦੇ ਨਾਲ ਮਹਾਰਾਜ ਜੀਆਂ ਦਾ ਮਿਲਾਪ ਹੁੰਦਾ ਹੈ, ਕੱਲ ਆਪ ਜੀਆਂ ਨੇ ਸ਼ਰਵਣ ਕੀਤਾ ਸੀ ਚੰਦੂ ਪਾਪੀ ਕਿਸ ਤਰ੍ਹਾਂ ਹਜੂਰ ਨੂੰ ਆਪਣੇ ਘਰ ਵਿੱਚ ਕੈਦ ਪਾਉਂਦਾ ਹੈ। ਇੱਧਰ ਜੋ 5 ਗੁਰਸਿੱਖ ਹਨ ਮਹਾਰਾਜ ਜੀਆਂ ਦੇ ਨਾਲ, ਧੰਨ ਭਾਈ ਪ੍ਰਾਣਾ ਜੀ, ਧੰਨ ਭਾਈ ਪੈੜਾ ਜੀ, ਧੰਨ ਧੰਨ ਬਾਬਾ ਬਿਧੀ ਚੰਦ ਜੀ ਇਤਿਆਦਿਕ ਸਾਧ ਸੰਗਤ ਜੀ 5 ਗੁਰਸਿੱਖ ਹਨ ਮਹਾਰਾਜ ਜੀਆਂ ਦੇ ਨਾਲ। ਚੰਦੂ ਕਹਿੰਦਾ ਹੈ ਹਜੇ ਵੀ ਮੇਰੀ ਪੁੱਤਰੀ ਦਾ ਸਾਕ ਤੁਸੀਂ ਮੰਨ ਲਵੋ, ਨਹੀਂ ਤਾਂ ਮੈਂ ਤੁਹਾਨੂੰ ਮਾਰ ਦਵਾਂਗਾ। ਹਜੇ ਵੀ ਹਜੂਰ ਨੂੰ ਕਹਿੰਦਾ ਹੈ। ਹਜੂਰ ਕਹਿੰਦੇ ਹਨ ਚੰਦੂ ਦੇਖ ਅਸੀਂ ਤੂੰ ਚੁਬਾਰਾ ਹੈ ਤੇ ਅਸੀਂ ਮੋਰੀ। ਜਿਸ ਤਰ੍ਹਾਂ ਚੰਦੂ ਨੇ ਕਿਹਾ ਸੀ ਜਿਸ ਸਮੇਂ ਲਾਗੀ ਲਾਗ ਲੈ ਕੇ ਆਏ ਸੀ, ਚੰਦੂ ਕਹਿੰਦਾ ਹੈ ਚੁਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਏ ਹੋ। ਇਸ ਤੋਂ ਭਾਵ ਸੀ ਗੁਰੂ ਜੀ ਕੀ ਕਹਿ ਰਹੇ ਹਨ ਕਿ ਚੰਦੂ ਤੋਂ ਭਾਵ ਹੈ ਸੋਹਣੀ ਇੱਟ ਚਬਾਰੇ ਨੂੰ ਲੱਗਦੀ ਹੈ, ਕਿੱਥੇ ਮੈਂ ਇੰਨਾ ਧਨਾੜ। ਚੰਦੂ ਦੀ ਸਾਧ ਸੰਗਤ ਜੀ ਅੱਜ ਦੇ ਰਾਸ਼ਟਰਪਤੀ ਜੇ ਦੇਖਿਆ ਜਾਵੇ 10 ਗੁਣਾ ਜ਼ਿਆਦਾ ਪਾਵਰ ਰੱਖਦਾ ਹੈ ਚੰਦੂ। ਉਧਰ ਗੁਰੂ ਕਿਆਂ ਨੂੰ ਆਖਿਆ ਸੀ ਇਹ ਫਕੀਰਾਂ ਦੇ ਘਰ ਨਾਲ ਮੇਰੀ ਕੁੜੀ ਦਾ ਕਿੱਥੇ ਸਾਕ ਦੇ ਆਏ ਹੋ। ਉੱਥੇ ਹੀ ਸਾਧ ਸੰਗਤ ਜੀ 3 ਵਾਰ ਹਜੂਰ ਨੇ ਬਚਨ ਕਹੇ ਸੀ। ਜਦੋਂ ਲਾਗੀ ਕਹਿੰਦੇ ਹਨ ਕਿ ਮਹਾਰਾਜ ਜੀ ਚੰਦੂ ਦੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰੋ, ਹਜੂਰ ਕਹਿੰਦੇ ਹਨ ਅਸੀਂ ਤਾਂ ਨੀਵੇਂ ਹਾਂ, ਸਾਨੂੰ ਹੋਰ ਕੋਈ ਨੀਵਾਂ ਮਿਲ ਜਾਵੇਗਾ। ਚੰਦੂ ਉੱਚਾ ਹੈ, ਉਹਨੂੰ ਕਵੇ ਜਾਂ ਉੱਚਿਆਂ ਦੇ ਸਾਕ ਕਰ ਲਵੇ। ਜਦੋਂ ਤੀਸਰੀ ਵਾਰ ਹਜੂਰ ਨੇ ਫਿਰ ਬਚਨ ਕਹੇ, ਧੰਨ ਮਾਤਾ ਦਮੋਦਰੀ ਜੀਆਂ ਦੇ ਪਿਤਾ ਦੀ ਸੰਗਤ ਵਿੱਚ ਬੈਠੇ ਹਨ, ਹੱਥ ਜੋੜ ਕੇ ਕਹਿੰਦੇ ਹਨ ਹਜੂਰ ਜਦੋਂ ਪਹਿਲੀ ਵਾਰੀ ਮਹਾਰਾਜ ਜੀ
ਜੀਆਂ ਨੇ ਬਚਨ ਕਹੇ ਸੀ, ਮਨ ਵਿੱਚ ਆਇਆ ਕਿ ਤੂੰ ਖੜਾ ਹੋ ਜਾ, ਹਜੂਰ ਦੇ ਅੱਗੇ ਬੇਨਤੀ ਕਰ, ਮਹਾਰਾਜ ਜੀ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ। ਪਰ ਫਿਰ ਆਪਣੇ ਮਨ ਵਿੱਚ ਖਿਆਲ ਕਰਦੇ ਹਨ, ਮਣਾ ਗੁਰਸਿੱਖ ਹੱਸਣਗੇ, ਕਿੱਥੇ ਤੂੰ ਤੇ ਕਿੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਦੋਂ ਤੀਸਰੀ ਵਾਰ ਹਜੂਰ ਨੇ ਬਚਨ ਕਿਹਾ, ਸਾਨੂੰ ਨੀਵਿਆਂ ਨੂੰ ਕੋਈ ਨੀਵਾ ਮਿਲ ਜਾਵੇਗਾ, ਮਾਨੋ ਕਿ ਹਜੂਰ ਨੇ ਬਲ ਬਖਸ਼ ਦਿੱਤਾ ਹੋਵੇ। ਮਾਤਾ ਦਮੋਦਰੀ ਜੀਆਂ ਦੇ ਪਿਤਾ ਜੀ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਮੂੰਹ ਬਹੁਤ ਛੋਟਾ ਹੈ, ਗੱਲ ਬਹੁਤ ਵੱਡੀ ਕਹਿਣ ਲੱਗਾ ਹਾਂ, ਮੇਰੀ ਪੁੱਤਰੀ ਦਾ ਹਜੂਰ ਜੀ ਆਪ ਰਿਸ਼ਤਾ ਪ੍ਰਵਾਨ ਕਰੋ। ਹਜੂਰ ਨੇ ਬਾਬਾ ਬੁੱਢਾ ਸਾਹਿਬ ਨੂੰ ਕਹਿ ਕੇ ਉਸੇ ਸਮੇਂ ਦੇਗ ਤਿਆਰ ਕਰਵਾਈ ਸੀ। ਉੱਥੇ ਹੀ ਮਾਤਾ ਮਰਵਾਹੀ ਜੀਆਂ ਦੇ ਪਿਤਾ ਜੀ ਖਲੋ ਕੇ ਕਹਿੰਦੇ ਹਨ, ਹਜੂਰ ਮੇਰੀ ਪੁੱਤਰੀ ਦਾ ਵੀ ਮਹਾਰਾਜ ਜੀ ਰਿਸ਼ਤਾ ਪ੍ਰਵਾਨ ਕਰੋ। ਹਜੂਰ ਸਾਧ ਸੰਗਤ ਜੀ ਇੱਧਰ ਦੋਸ਼ ਗਾਈਆਂ ਹੋਈਆਂ ਹਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ, ਉਧਰ ਚੰਦੂ ਹੋਰ ਸੜ ਬਲ ਗਿਆ ਸੀ, ਇਹਨੂੰ ਦੁੱਖ ਸੀ। ਇਸੇ ਕਰਕੇ ਸਾਧ ਸੰਗਤ ਜੀ ਮਹਾਰਾਜ ਜੀਆਂ ਨੂੰ ਵਾਰ-ਵਾਰ ਕਹਿੰਦਾ ਸੀ। ਫਿਰ ਕਹਿੰਦਾ ਸਿਪਾਹੀਆਂ ਨੂੰ ਤਾੜ ਕੇ ਕਹਿੰਦਾ ਹੈ, ਜੇ ਕੁਝ ਖਾਣ ਨੂੰ ਮੰਗਣ ਤਾਂ ਕਹਿਣਾ ਪਹਿਲਾਂ 1 ਲੱਖ ਰੁਪਈਆ ਦਿਓ, ਫਿਰ ਕੁਝ ਖਾਣ ਨੂੰ ਦਿਓ। ਜੇ ਕੁਝ ਪੀਣ ਨੂੰ ਮੰਗਣ ਫਿਰ ਵੀ ਕਿਉਂ ਕਿ 1 ਲੱਖ ਰੁਪਈਆ ਦਿਓ ਤਾਂ ਤੁਹਾਨੂੰ ਕੁਝ ਪੀਣ ਨੂੰ ਦਿੱਤਾ ਜਾਵੇਗਾ। ਸਿਪਾਹੀਆਂ ਨੂੰ ਕਹਿੰਦਾ ਹੈ, ਹਜੂਰ ਨੂੰ ਡਰਾਉਣਾ ਚਾਹੁੰਦਾ ਸੀ। ਸੁਣਾ ਕੇ ਕਹਿੰਦਾ ਹੈ, ਜੇ ਸੌਣ ਨੂੰ ਵੀ ਕਹਿਣ ਤਾਂ ਉਸ ਸਮੇਂ ਵੀ ਕਹਿਓ 1 ਲੱਖ ਰੁਪਈਆ ਦੇਣ ਤਾਂ ਸੌਣ ਦਿੱਤਾ ਜਾਵੇਗਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਗੋਂ ਕਹਿੰਦੇ ਹਨ, ਚੰਦੂ ਜਾ, ਤੇਰੇ ਘਰ ਦਾ ਅਸੀਂ ਆਪ ਹੀ ਨਹੀਂ ਕੁਝ ਖਾਂਦੇ, ਨਾ ਹੀ ਸੌਵਾਂਗੇ, ਨਾ ਹੀ ਤੇਰੇ ਘਰ ਦਾ ਕੋਈ ਜਲ ਪੀਵਾਂਗੇ। ਇਸ ਤੋਂ ਉਪਰੰਤ ਸਾਧ ਸੰਗਤ ਜੀ ਚੰਦੂ ਆਪਣੇ ਘਰਾਂ ਨੂੰ ਚਲੇ ਜਾਂਦਾ ਹੈ। ਫਿਰ ਸਾਧ ਸੰਗਤ ਜੀ ਜੋ ਗੁਰਸਿੱਖ ਹਨ ਲਾਹੌਰ ਦੇ, ਉਹ ਦੇਖਦੇ ਹਨ ਕਿ ਹਜੂਰ ਸਵੇਰੇ ਜਹਾਂਗੀਰ ਬਾਦਸ਼ਾਹ ਦੇ ਕੋਲ ਗਏ ਸੀ, ਉਸ ਤੋਂ ਉਪਰੰਤ ਮਹਾਰਾਜ ਜੀ ਵਾਪਸ ਹੀ ਨਹੀਂ ਆਏ। ਗੁਰਸਿੱਖ ਸੰਗਤਾਂ ਲਾਹੌਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਸਿੱਖ ਨੂੰ ਸਿੱਖ ਪੁੱਛਦਾ ਹੈ, ਕਿਤੇ ਹਜੂਰ ਆਪ ਜੀਆਂ ਦੇ ਘਰ ਤਾਂ ਨਹੀਂ ਆਏ। ਸੰਗਤਾਂ ਲੱਭ ਰਹੀਆਂ ਹਨ ਲਾਹੌਰ ਦੀਆਂ। ਫਿਰ ਮਨ ਵਿੱਚ ਖਿਆਲ ਆਉਂਦਾ ਹੈ, ਕਿਤੇ ਸੁਧਾਸਰ ਭਾਵ ਅੰਮ੍ਰਿਤਸਰ ਨੂੰ ਤਾਂ ਨਹੀਂ ਹਜੂਰ ਵਾਪਸ ਚਲੇ ਗਏ। ਗੁਰਸਿੱਖ ਸੰਗਤਾਂ ਐਸੇ ਮਨ ਵਿੱਚ ਫੁਰਨੇ ਕਰਦੀਆਂ ਹੋਈਆਂ ਜਦੋਂ ਸਿਪਾਹੀਆਂ ਨੂੰ ਪੁੱਛਦੀਆਂ ਹਨ, ਸਿਪਾਹੀ ਦੱਸਦੇ ਹਨ ਕਿ ਸ਼ਾਮ ਦੇ ਵਕਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਜੋ ਅੰਮ੍ਰਿਤਸਰ ਸਾਹਿਬ ਤੋਂ ਹਜੂਰ ਨਾਲ 5 ਗੁਰਸਿੱਖ ਆਏ ਸੀ, ਚੰਦੂ ਆਪਣੇ ਘਰ ਵਿੱਚ ਲੈ ਗਿਆ ਸੀ। ਉਸ ਤੋਂ ਅੱਗੇ ਸਾਨੂੰ ਕੁਝ ਨਹੀਂ ਪਤਾ। ਆਓ ਸਾਧ ਸੰਗਤ ਜੀ ਉਸ ਤੋਂ ਅੱਗੇ ਦਾ ਇਤਿਹਾਸ ਜਿਸ ਤਰ੍ਹਾਂ ਆ ਰਿਹਾ ਹੈ, ਹਜੂਰ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਉਹ ਰਾਤ ਜਿਸ ਤਰ੍ਹਾਂ ਬੀਤਦੀ ਹੈ, ਅਗਲੇ ਦਿਨ ਚੰਦੂ ਪਾਪੀ ਜਿਸ ਤਰ੍ਹਾਂ ਹਜੂਰ ਨੂੰ ਜਿਸ ਤਰ੍ਹਾਂ ਫਰਮਾਨ ਕਰਦਾ ਹੈ ਕਿ ਇਹਨਾਂ ਨੂੰ ਦੇਗਚੇ ਦੇ ਵਿੱਚ ਜਿਸ ਤਰ੍ਹਾਂ ਉਬਾਲਿਆ ਜਾਵੇ, ਉਹ ਵਾਲਾ ਇਤਿਹਾਸ ਆ ਰਿਹਾ ਹੈ। ਹਜੂਰ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਉਹ ਲਾਲ ਖੂਹੀ ਵਾਲਾ ਸਥਾਨ ਜੋ ਚੰਦੂ ਦਾ ਘਰ ਮੰਨਿਆ ਜਾਂਦਾ ਹੈ, ਉਸ ਜਗ੍ਹਾ ਤੇ ਹਜੂਰ ਸੱਜੇ ਹੋਏ ਹਨ। 5 ਗੁਰਸਿੱਖ ਬਾਹਰ ਦਿਉੜੀ ਜਿੱਥੇ ਦਰਵਾਜ਼ਾ ਹੈ ਉੱਥੇ ਬੰਨੇ ਹੋਏ ਹਨ। ਸਭ ਸੰਗਤਾਂ ਲਾਹੌਰ ਦੀਆਂ ਹਜੂਰ ਨੂੰ ਲੱਭ ਰਹੀਆਂ ਹਨ। ਆਓ ਆਪਣੀਆਂ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਆਪਾਂ ਵੀ ਲਾਹੌਰ ਚੱਲੀਏ। ਮਹਾਰਾਜ ਜੀ ਕਿਰਪਾ ਕਰਨ। ਹਜੂਰ ਜਿਸ ਤਰ੍ਹਾਂ ਸ਼ਹਾਦਤ ਪ੍ਰਾਪਤ ਕਰਦੇ ਹਨ, ਹਜੂਰ ਦੇ ਪਵਿੱਤਰ ਸਾਧ ਸੰਗਤ ਜੀ ਚਰਨਾਂ ਦਾ ਸਪਰਸ਼ ਮਿਲਦਾ ਹੈ। ਇਤਿਹਾਸ ਦੀ ਕਥਾ ਸ਼ਰਵਣ ਮਾਤਰ ਸੇ ਹੀ ਜੋ ਇਹ ਕਥਾ ਸੁਣੈ ਧਰ ਧਿਆਨ, ਗੁਰਸਿੱਖੀ ਪ੍ਰਾਪਤ ਹੋਵੈ ਨਾਮ। ਜੋ ਬੜੇ ਪ੍ਰੇਮ ਤੇ ਧਿਆਨ ਨਾਲ ਕਥਾ ਸੁਣਦਾ ਹੈ, ਉਸ ਨੂੰ ਗੁਰਸਿੱਖੀ ਦੀ ਤੇ ਨਾਮ ਦੀ ਦਾਨ ਮਹਾਰਾਜ ਜੀ ਝੋਲੀ ਵਿੱਚ ਪਾਉਂਦੇ ਹਨ। ਹਜੂਰ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਇਸ ਦੇਹੀ ਦੇ ਕਲਿਆਣ ਵਾਸਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੇਮੀ ਸਿੱਖ ਤਹਾਂ ਕੋ ਗਏ। ਪ੍ਰੇਮੀ ਸਿੱਖਾਂ ਨੂੰ ਜਦੋਂ ਪਤਾ ਲੱਗਾ ਹੈ ਚੰਦੂ ਨੇ ਹਜੂਰ ਨੂੰ ਆਪਣੇ ਘਰ ਵਿੱਚ ਜਿਸ ਤਰ੍ਹਾਂ ਲੈ ਕੇ ਗਏ ਸੀ, ਪ੍ਰੇਮ ਵਾਲੇ ਗੁਰਸਿੱਖ ਪਿੱਛੇ ਦੌੜ ਕੇ ਚੰਦੂ ਦੇ ਘਰ ਜਾਂਦੇ ਨੇ। ਦੀਏ ਕਿ ਵਾਰ ਬਿਲੋਕਤ ਭਏ। ਸਿੱਖਾਂ ਨੇ ਦੇਖਿਆ ਹੈ ਕਿ ਚੰਦੂ ਦੇ ਘਰ ਦੇ ਦਰਵਾਜ਼ੇ ਦੋਵੇਂ ਬੰਦ ਹਨ। ਅੰਤਰ ਸਿੱਖ ਪਠਤ ਇੱਕ ਬਾਣੀ। ਅੰਦਰ ਭਾਈ ਪ੍ਰਾਣਾ ਜੀ ਜਿਨ੍ਹਾਂ ਨੂੰ ਦਰਵਾਜ਼ੇ ਦੇ ਲਾਗੇ ਬੰਨਿਆ ਹੈ, ਸੁਖਮਣੀ ਸਾਹਿਬ ਜੀਆਂ ਦੀ ਬਾਣੀ ਦੇ ਅਭਿਆਸੀ ਹਨ।
ਭਾਈ ਪ੍ਰਾਣਾ ਜੀ ਮੁਖ ਤੋਂ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਹਨ। ਗੁਰ ਇਹ ਠਾਂ ਹੈ ਤਬ ਸੁਧ ਜਾਣੀ। ਸਿੱਖਾਂ ਨੂੰ ਬਾਹਰ ਜਦੋਂ ਆਵਾਜ਼ ਸੁਣੀ, ਨਿਸ਼ਚਾ ਹੋਇਆ ਮਣਾ, ਹਜੂਰ ਇਸੇ ਸਥਾਨ ਨੂੰ ਭਾਗ ਲਾ ਰਹੇ ਹਨ। ਝਿਰਕਣ ਕਰਹਿ ਸਿਪਾਹੀ ਤੌਣ। ਅੰਦਰੋਂ ਸਿਪਾਹੀਆਂ ਦੇ ਝੜਕਣ ਦੀ ਆਵਾਜ਼ ਆਉਂਦੀ ਹੈ। ਕਿਆ ਤੂੰ ਬਕਹਿ ਬੈਠ ਧਰ ਮੌਨ। ਤਾਂ ਉਸ ਸਮੇਂ ਸਿਪਾਹੀ ਕਹਿੰਦੇ ਹਨ ਭਾਈ ਪ੍ਰਾਣਾ ਜੀਆਂ ਨੂੰ, ਕੀ ਮੁਖ ਤੋਂ ਬੁੜਬੁੜ ਕਰਦਾ ਹੈ, ਚੁੱਪ ਕਰਕੇ ਇੱਥੇ ਤੂੰ ਬੈਠ ਜਾ। ਵਹਿਰ ਖਰੇ ਪਿਖ ਦੀਏ ਹਟਾਈ। ਜਿਹੜੇ ਸਿੱਖ ਬਾਹਰ ਖੜੇ ਸੀ ਉਹਨਾਂ ਨੂੰ ਜਦੋਂ ਦੇਖਿਆ, ਸਿਪਾਹੀਆਂ ਨੇ ਉਹਨਾਂ ਨੂੰ ਵੀ ਝਿੜਕ ਕੇ ਕਿਹਾ ਆਪਣੇ ਘਰਾਂ ਨੂੰ ਚਲੇ ਜਾਵੋ। ਖਰੇ ਨਾ ਹੋ ਜਾਹੋ ਨਿਜ ਥਾਈ। ਸਿਪਾਹੀ ਕਹਿੰਦੇ ਇੱਥੇ ਨਾ ਖੜੇ ਹੋਵੋ, ਆਪਣੇ ਘਰਾਂ ਨੂੰ ਵਾਪਸ ਤੁਸੀਂ ਪਰਤ ਜਾਓ। ਡਰੈ ਦੁਸ਼ਟ ਤੇ ਟਰ ਕਰ ਗਏ। ਇਸੇ ਸਾਧ ਸੰਗਤ ਜੀ ਡਰ ਨੂੰ ਦੂਰ ਕਰਨ ਵਾਸਤੇ, ਉਸ ਪਾਪੀ ਦੇ ਡਰ ਤੋਂ ਜੋ ਗੁਰਸਿੱਖ ਸਨ ਆਪਣੇ ਘਰਾਂ ਨੂੰ ਵਾਪਸ ਮੁੜ ਗਏ, ਇਸੇ ਡਰ ਨੂੰ ਦੂਰ ਕਰਨ ਵਾਸਤੇ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਜ਼ਬਰਦਸਤ ਸਬਰ ਦੇ ਨਾਲ ਹਜੂਰ ਨੇ ਮੁਕਾਬਲਾ ਕੀਤਾ ਹੈ, ਐਸੀ ਸਾਧ ਸੰਗਤ ਜੀ ਸ਼ਹਾਦਤ ਮਹਾਰਾਜ ਜੀਆਂ ਨੇ ਦਿੱਤੀ ਹੈ। ਸਭ ਹਿੰਦੁਸਤਾਨ ਨੇ ਆਪਣੇ ਗਲੋਂ ਜੰਜੀਰੀ ਦੀਆਂ ਬੇੜੀਆਂ ਲਾਉਣੀਆਂ ਹੀ ਸਮਝੀਆਂ, ਇੰਨਾ ਡਰ ਸੀ। ਸਭ ਗੁਰਸਿੱਖ ਸਾਧ ਸੰਗਤ ਜੀ ਉਸ ਸਮੇਂ ਇਸ ਪਾਪੀ ਦੇ ਡਰ ਤੋਂ ਵਾਪਸ ਮੁੜ ਜਾਂਦੇ ਹਨ। ਸੁਧ ਆਪਸ ਮਹਿ ਕਰਤੇ ਭਏ। ਆਪਸ ਵਿੱਚ ਗੁਰਸਿੱਖ ਗੱਲਾਂ ਕਰਦੇ ਜਾਂਦੇ ਹਨ। ਬਹੁਤ ਬਿਸੂਰਤ ਚਲਹਿ ਨਾ ਚਾਰਾ। ਤਾਂ ਉਸ ਸਮੇਂ ਸਾਧ ਸੰਗਤ ਜੀ ਗੁਰਸਿੱਖ ਬਿਸੂਰਤ ਜੇ ਹੋ ਜਾਂਦੇ ਹਨ, ਕੋਈ ਚਾਰਾ ਨਹੀਂ ਚੱਲਦਾ ਗੁਰਸਿੱਖਾਂ ਦਾ। ਭੈ ਤੇ ਕਰਹਿ ਨਾ ਊਚ ਉਚਾਰਾ। ਤਾਂ ਉਸ ਦੇ ਚੰਦੂ ਦੇ ਭੈ ਕਾਰਨ ਕੋਈ ਉੱਚਾ ਕਹਿ ਵੀ ਨਹੀਂ ਸੀ ਸਕਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਸਰਕਾਰਾਂ ਸ਼ੁਰੂ ਤੋਂ ਹੀ ਧੱਕਾ ਕਰਦੀਆਂ ਆਈਆਂ ਹਨ। ਪੁਣ ਚੰਦੂ ਗਮਨਿਓ ਗੁਰ ਤੀਰ। ਤਾਂ ਉਸ ਸਮੇਂ ਸਾਧ ਸੰਗਤ ਜੀ ਅਗਲਾ ਦਿਨ ਚੜ੍ਹਦਾ ਹੈ, ਚੰਦੂ ਹਜੂਰ ਦੇ ਪਾਸ ਆਉਂਦਾ ਹੈ। ਨਿਠੁਰ ਸੁਨਾਏ ਕਰਿਓ ਚਹਿ ਭੀਰ। ਤਾਂ ਉਸ ਸਮੇਂ ਸਾਧ ਸੰਗਤ ਜੀ ਕੌੜੇ ਬਚਨ ਸੁਣਾਉਣ ਲੱਗਦਾ ਹੈ। ਹਜੂਰ ਨੂੰ ਡਰਾਉਣ ਬਾਬਤ ਇਹ ਉੱਚੀ ਆਵਾਜ਼ ਵਿੱਚ ਬੋਲਦਾ ਹੈ। ਅਬ ਵੀ ਮਾਨ ਸੁਤੋ ਕੋ ਨਾਤਾ। ਕਹਿੰਦਾ ਹੈ ਹੁਣੇ ਵੀ ਮੇਰੀ ਪੁੱਤਰੀ ਦਾ ਤੁਸੀਂ ਨਾਤਾ ਮੰਨ ਲਵੋ, ਨਾਹੇ ਤਾਂ ਪ੍ਰਾਣ ਹੋਏਗੇ ਘਾਤਾ। ਨਹੀਂ ਤਾਂ ਤੁਹਾਡੇ ਪ੍ਰਾਣ ਭਾਵ ਤੁਹਾਨੂੰ ਮਾਰ ਦਿੱਤਾ ਜਾਵੇਗਾ। ਜੀਵਤ ਨਹਿ ਤਿਆਗੋ ਅਬ ਤੋਹੀ। ਕਹਿੰਦੇ ਹਨ ਹਜੇ ਤਿੱਕਰ ਤੁਸੀਂ ਜੀਵਤ ਹੋ, ਪਰ ਹੁਣ ਤੁਹਾਡੇ ਪ੍ਰਾਣ ਨਹੀਂ ਬਚਣਗੇ। ਬਹੁਤ ਦਿਨ ਕੀ ਚਿੰਤਾ ਲਗ ਮੋਹੀ। ਕਹਿੰਦਾ ਹੈ ਬੜੇ ਦਿਨਾਂ ਦੀ ਮੇਰੀ ਚਿੰਤਾ ਸੀ ਮਨ ਦੇ ਵਿੱਚ, ਮੇਰੀ ਛਾਤੀ ਜਿਸ ਤਰ੍ਹਾਂ ਕਹਿੰਦਾ ਹੈ ਅੰਗਿਆੜਿਆਂ ਲੈ ਰਹੀ ਸੀ। ਦਿਓ ਕਸ਼ਟ ਪਤ ਸਭ ਮੈਂ ਖੋਈ। ਕਹਿੰਦਾ ਹੈ ਹੁਣ ਮੈਂ ਤੁਹਾਨੂੰ ਐਸੇ ਕਸ਼ਟ ਦੇਵਾਂਗਾ, ਤੁਸੀਂ ਮੇਰੀ ਪੱਤ ਸਾਰਿਆਂ ਵਿੱਚ ਖਰਾਬ ਕੀਤੀ ਹੈ। ਅਬਲੋ ਤਰਾਸ ਭਇਓ ਨਹਿ ਕੋਈ। ਕਹਿੰਦਾ ਹੈ ਹਜੇ ਤਿੱਕਰ ਵੀ ਤੁਹਾਡੇ ਮਨ ਵਿੱਚ ਕੋਈ ਡਰ ਨਹੀਂ ਆਇਆ ਮੇਰਾ। ਹਜੂਰ ਨੂੰ ਸਾਧ ਸੰਗਤ ਜੀ ਡਰਾਉਣ ਦਾ ਯਤਨ ਕਰਦਾ ਹੈ, ਜਿਨ੍ਹਾਂ ਬਾਬਤ ਪਟ ਸਾਹਿਬਾਨ ਫਰਮਾਉਂਦੇ ਹਨ ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ। ਜਿਹੜੇ ਸਤਿਗੁਰਾਂ ਤੋਂ ਧਰਤੀ ਧੀਰਜ ਸਿੱਖਦੀ ਹੈ, ਐਡਾ ਧੀਰਜ ਹੈ ਹਜੂਰ ਦੇ ਅੱਗੇ। ਕਹਿੰਦਾ ਹੈ ਤੁਹਾਡੇ ਮਨ ਵਿੱਚ ਡਰ ਹੀ ਨਹੀਂ। ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਜਿਨ੍ਹਾਂ ਸਤਿਗੁਰਾਂ ਦਾ ਅੰਤ ਨਹੀਂ ਪਾ ਸਕਦੇ ਸਾਰੇ ਦੇਵੀ ਦੇਵਤੇ, ਇੰਦਰ ਮਹਾ ਸ਼ਿਵ ਜੀ 88 ਹਜ਼ਾਰ ਵਧਾ ਜਿਹੜੇ ਸਤਿਗੁਰਾਂ ਦੇ ਵਿੱਚ ਸਮਾਧੀ ਲਾਈ ਬੈਠਦਾ ਹੈ। ਫੁਨ ਵੇਦ ਬ੍ਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾੜਿਓ ਏਕ ਘੜੀ। ਬ੍ਰਹਮਾ ਵੇਦ ਕੀ ਇੱਕ ਘੜੀ ਵਾਸਤੇ ਵੀ ਸਤਿਗੁਰਾਂ ਦਾ ਜਾਪ ਨਹੀਂ ਛੱਡਦੇ, ਫਿਰ ਵੀ ਸਤਿਗੁਰਾਂ ਦਾ ਅੰਤ ਨਹੀਂ ਪਾ ਸਕਦੇ। ਚੰਦੂ ਕਹਿੰਦਾ ਹੈ ਤੁਸੀਂ ਹਜੇ ਤਿੱਕਰ ਨਹੀਂ ਤੁਹਾਡੇ ਮਨ ਵਿੱਚ ਕੋਈ ਡਰ ਆਇਆ? ਹਾਂਜੀ। ਆਨਹੁ ਅਗਨਤ ਪਾਵਹੁ ਨੀਰ। ਤਾਂ ਹਜੂਰ ਨੂੰ ਸੁਣਾਉਂਦੇ ਹੋਏ ਕਹਿੰਦਾ ਹੈ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ ਇੱਕ ਅੱਗ ਲੈ ਕੇ ਆਓ ਤੇ ਇੱਕ ਭਾਵ ਦੇਗਾ ਲੈ ਕੇ ਆਵੋ ਤੇ ਉਸ ਦੇ ਵਿੱਚ ਜਲ ਨੂੰ ਤੱਤਾ ਕੀਤਾ ਜਾਵੇ। ਬੀਚ ਬਿਠਾਵੋ ਤਪਹਿ ਸਰੀਰ। ਕਹਿੰਦੇ ਹਨ ਇਹਨਾਂ ਨੂੰ ਹੁਣ ਉਹਦੇ ਵਿੱਚ ਬਿਠਾਉਣਾ ਕਰਾਂਗਾ, ਜਿਸ ਕਰਕੇ ਇਹਨਾਂ ਦਾ ਸਰੀਰ ਭਾਰੀ ਤਪੇਗਾ। ਮੈਂ ਜਿਮ ਤਪਤਿਓ ਦਿਨ ਅਰ ਰਾਤੀ। ਕਹਿੰਦਾ ਹੈ ਜਿਵੇਂ ਮੈਂ ਸੜਦਾ ਰਿਹਾ ਹਾਂ ਦਿਨ ਤੇ ਰਾਤ। ਮਹਾ ਕਸ਼ਟ ਤੇ ਸੁਲਗਤ ਛਾਤੀ। ਕਹਿੰਦਾ ਹੈ ਜਦੋਂ ਇਹਨਾਂ ਨੂੰ ਕਸ਼ਟ ਮਿਲੇਗਾ ਮੈਨੂੰ ਸਾਧ ਸੰਗਤ ਜੀ, ਚੰਦੂ ਕਹਿੰਦਾ ਹੈ ਮੈਨੂੰ ਠੰਡ ਪਵੇਗੀ,
ਪਰ ਹਜੂਰ ਤਾਂ ਕਦੇ ਵੀ ਕਿਸੇ ਨਾਲ ਵੀ ਵੈਰ ਨਾ ਸੀ ਰੱਖਦੇ। ਸਭ ਕੋ ਮੀਤ ਹਮ ਆਪਨ ਕੀਨਾ। ਹਜੂਰ ਕਹਿੰਦੇ ਹਨ ਸਾਰੇ ਸਾਡੇ ਮਿੱਤਰ ਹਨ। ਐਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪਾਪੀ ਚੰਦੂ ਕਹਿੰਦਾ ਹੈ ਤੁਸੀਂ ਮੈਨੂੰ ਬੜਾ ਦੁੱਖ ਦੇਣਾ ਕੀਤਾ ਹੈ। ਇਹ ਈਰਖਾਲੂ ਲੋਕ ਜਿਸ ਤਰ੍ਹਾਂ ਅੱਗੇ ਬਚਨ ਆਉਂਦੇ ਹਨ। ਤਿਮ ਤਪਤਾਵੋ ਬਿਲਮ ਨਾ ਲਾਵੋ। ਕਹਿੰਦਾ ਹੈ ਉਸ ਤਰ੍ਹਾਂ ਤੁਹਾਨੂੰ ਤਪਾਉਣਾ ਕਰਾਂਗਾ, ਬਹੁਤੀ ਦੇਰੀ ਨਹੀਂ ਲਾਵਾਂਗਾ। ਨਾਹੇ ਤਾਂ ਲੈ ਨਾਤਾ ਮਨਵਾਵੋ। ਜਾਂ ਤਾਂ ਕਹਿੰਦਾ ਹੈ ਮੇਰੀ ਪੁੱਤਰੀ ਦਾ ਨਾਤਾ ਭਾਵ ਪ੍ਰਵਾਨ ਕਰੋ। ਇਹ ਸਾਧ ਸੰਗਤ ਜੀ ਦਿੱਲੀ ਦੀਆਂ ਸੰਗਤਾਂ ਨੇ ਹਜੂਰ ਨੂੰ ਚਿੱਠੀ ਲਿਖੀ ਸੀ, ਮਹਾਰਾਜ ਜੀ ਐਸੇ ਹੰਕਾਰੀ ਦਾ ਨਾਤਾ ਤੁਸੀਂ ਪ੍ਰਵਾਨ ਨਾ ਕਰਿਓ। ਗੁਰਸਿੱਖਾਂ ਦੇ ਕਹੇ ਹੋਏ ਬਚਨ ਹਜੂਰ ਕਦੇ ਨਹੀਂ ਮੋੜਦੇ ਹਾਂ ਜੀ। ਸੁਣੀ ਦੁਸ਼ਟ ਕੀ ਆਇਸ ਜਬੈ। ਤਾਂ ਜਦੋਂ ਦੁਸ਼ਟ ਪਾਪੀ ਚੰਦੂ ਦੀ ਉਹਨਾਂ ਦੇ ਸਿਪਾਹੀ ਨੇ ਆਗਿਆ ਸੁਣੀ, ਜਲ ਪਰ ਦੇਗ ਚੜਾਇਸ ਤਬੈ। ਇੱਕ ਦੇਗ ਦੇ ਵਿੱਚ ਭਾਵ ਜੋ ਪਤੀਲਾ ਆਦਿਕ ਵੱਡਾ ਆਕਾਰ ਦਾ ਹੁੰਦਾ ਹੈ ਉਸ ਵਿੱਚ ਜਲ ਭਾਵ ਪਾਣੀ ਭਰ ਕੇ ਥੱਲੇ ਅੱਗ ਤਪਾ ਦਿੱਤੀ ਹੈ। ਸਮਤਾ ਬਾਰ ਬਾਰ ਤਪਤਾਇਓ। ਤਾਂ ਉਸ ਸਮੇਂ ਥੱਲੇ ਲੱਕੜਾਂ ਚੰਦੂ ਕਹਿੰਦਾ ਹੈ ਹੋਰ ਇਸ ਨੂੰ ਤੇਗ ਅੱਗ ਨੂੰ ਕੀਤਾ ਜਾਵੇ, ਹੋਰ ਤੇਜ਼ ਕੀਤਾ ਜਾਵੇ। ਵਾਰ-ਵਾਰ ਸਾਧ ਸੰਗਤ ਜੀ ਜਲ ਦੇ ਥੱਲੇ ਅੱਗ ਉਡਾਉਂਦਾ ਹੈ। ਬਾਰ ਬਾਰ ਲਿਹੁ ਮਾਨ ਸੁਣਾਇਓ। ਤਾਂ ਉਸ ਸਮੇਂ ਵਾਰ-ਵਾਰ ਕਹਿ ਕੇ ਇਹ ਹਜੂਰ ਨੂੰ ਬਚਨ ਸੁਣਾਉਂਦਾ ਹੈ ਕਿਤੇ ਡਰ ਹੀ ਜਾਣ। ਸੁਣ ਸਤਿਗੁਰ ਕੁਛ ਹਿਰਦੈ ਨ ਆਣੀ। ਉਸ ਸਮੇਂ ਸਾਧ ਸੰਗਤ ਜੀ ਉਸ ਦੇ ਬਚਨ ਸੁਣ ਕੇ ਇਧਰ ਮਹਾਰਾਜ ਜੀ ਇੱਕ ਰਸ ਸਮਾਧੀ ਨਿਜ ਸਰੂਪ ਵਿੱਚ ਸਮਾਧੀ ਲਾਈ ਬੈਠੇ ਹਨ। ਚਿਤੈ ਸਰਾਪ ਕਾਨਿਆ ਬ੍ਰਹਮ ਗਿਆਨੀ। ਇੱਥੇ ਸਾਧ ਸੰਗਤ ਜੀ ਕਵੀ ਜੀ ਕਾਨਾ ਬ੍ਰਹਮ ਗਿਆਨੀ ਜੋ ਉਹਨਾਂ ਦਾ ਸਰਾਪ ਜੋ ਜਿਸ ਤਰ੍ਹਾਂ ਲਿਖਦੇ ਹਨ, ਪਰ ਐਸੇ ਸਤਿਗੁਰਾਂ ਨੂੰ ਕਿੰਦਾ ਸਰਾਪ ਲੱਗ ਸਕਦਾ ਹੈ। ਇਹ ਜ਼ਿਕਰ ਆਉਂਦਾ ਹੈ ਜਿਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਜੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਇਕੱਤਰ ਕਰ ਰਹੇ ਸਨ, ਉਦੋਂ ਸਾਧ ਸੰਗਤ ਜੀ ਇਹ ਕਾਨਾ ਪੀਲੂ ਆਦਿ ਕੇ ਸਭ ਆਏ ਸਨ ਜੋ ਦਸਮ ਦਵਾਰ ਦੇ ਅਭਿਆਸੀ ਸਨ। ਆਪਣੀ ਆਪਣੀ ਜਿਸ ਸਮੇਂ ਇੱਕ ਨੇ ਬਾਣੀ ਉਚਾਰੀ ਉਹੀ ਰੇ ਮੈਂ ਉਹੀ ਰੇ, ਕਹਿੰਦਾ ਹੈ ਮੈਂ ਉਹੀ ਆ ਜਿਹਨੂੰ ਸਭ ਖੋਜ ਰਹੇ ਹਨ। ਹਜੂਰ ਨੇ ਕਿਹਾ ਸੀ ਇੱਥੇ ਤਾਂ ਸਾਡੇ ਘਰ ਵਿੱਚ ਨਿਮਰਤਾ ਚੱਲਦੀ ਹੈ। ਫਿਰ ਇੱਕ ਨੇ ਹੋਰ ਆਇਆ ਹੈ, ਉਹ ਕਹਿੰਦਾ ਹੈ ਮਹਾਰਾਜ ਜੀ ਮੇਰੀ ਬਾਣੀ ਇਕੱਤਰ ਕਰੋ। ਉਸ ਨੇ ਸੁਣਾਇਆ ਇਸਤਰੀ ਭਾਵੇਂ ਕਾਗਜ਼ ਦੀ ਕਿਉਂ ਨਾ ਹੋਵੇ ਉਸ ਵੱਲ ਵੀ ਨਹੀਂ ਵੇਖਣਾ ਚਾਹੀਦਾ। ਹਜੂਰ ਕਹਿੰਦੇ ਹਨ ਸਾਡੇ ਘਰ ਦਾ ਇਹ ਸਿਧਾਂਤ ਨਹੀਂ, ਸਾਡਾ ਤਾਂ ਸਿਧਾਂਤ ਹੈ ਸੋ ਕਿਉਂ ਮੰਦਾ ਆਖੀਐ। ਉਹ ਇਸਤਰੀ ਨੂੰ ਕਿਉਂ ਮੰਦਾ ਆਖਿਆ ਜਾਵੇ ਜਿੰਦੀ ਕੁੱਖ ਤੋਂ ਏਡੇ ਏਡੇ ਸੂਰਬੀਰਾਂ ਨੇ ਜਨਮ ਲਿਆ ਹੈ। ਫਿਰ ਇੱਕ ਆਇਆ ਹੈ ਉਹ ਆਪਣਾ ਦੱਸਦਾ ਹੈ ਜਿਸ ਤੋਂ ਚੁੱਪ ਵੇ ਅੜਿਆ ਬੋਲਣ ਦੀ ਨੀ ਰੁੱਤ ਵੇ ਅੜਿਆ। ਮਹਾਰਾਜ ਜੀਆਂ ਦੇ ਪਾਸ ਖੜੇ ਗੁਰਸਿੱਖ ਵੀ ਹੱਸ ਪੈਂਦੇ ਹਨ। ਹਜੂਰ ਕਹਿੰਦੇ ਹਨ ਸਾਡੇ ਘਰ ਦਾ ਇਹ ਸਿਧਾਂਤ ਨਹੀਂ, ਸਾਡੇ ਘਰ ਦਾ ਸਿਧਾਂਤ ਹੈ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਆ ਰਿਹਾ ਹੈ ਇਹ ਕਾਨੇ ਦਾ ਜ਼ਿਕਰ, ਇਸ ਨੂੰ ਦਸਮ ਦਵਾਰ ਦਾ ਅਭਿਆਸੀ ਸੀ। ਇਹਨੇ ਈਰਖਾ ਦੇ ਨਾਲ ਜਿਵੇਂ ਜੋ ਦਸਮ ਦਵਾਰ ਵਿੱਚ ਜੋ ਪ੍ਰਾਣ ਚੜਾ ਲੈਂਦੇ ਹਨ ਆਉਣ ਵਾਲਾ ਸਮਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਉਸ ਸਮੇਂ ਸਾਧ ਸੰਗਤ ਜੀ ਹਜੂਰ ਨੂੰ ਐਸੇ ਬਚਨ ਕਹਿ ਗਿਆ ਸੀ ਜਾਓ ਤੁਸੀਂ ਮੈਨੂੰ ਸਾੜਿਆ ਹੈ, ਇਸੇ ਤਰ੍ਹਾਂ ਤੁਹਾਨੂੰ ਵੀ ਤਤੀ ਤਵੀ ਤੇ ਬਿਠਾਇਆ ਜਾਵੇਗਾ। ਪਾਸ ਖੜੇ ਗੁਰਸਿੱਖਾਂ ਨੇ ਆਖਿਆ ਸੀ ਹਜੂਰ ਇਹ ਕੈਸੇ ਬਚਨ ਕਹਿੰਦਾ ਹੈ। ਮਹਾਰਾਜ ਜੀਆਂ ਨੇ ਕਿਹਾ ਸੀ ਇਸ ਨੂੰ ਦਸਮ ਦਵਾਰ ਦਾ ਭਾਵ ਹੰਕਾਰ ਹੈ। ਹਜੂਰ ਤੁਸੀਂ ਵੀ ਕੋਈ ਬਚਨ ਕਹੋ। ਉਸ ਸਮੇਂ ਹਜੂਰ ਨੇ ਕਿਹਾ ਸੀ ਇਹ ਜੇ ਦਸਮ ਦਵਾਰ ਦਾ ਮਾਣ ਕਰਦਾ ਹੈ ਇਹਦਾ ਦਸਵਾਂ ਹੀ ਪਹਿਲਾਂ ਟੁੱਟੇਗਾ। ਉਸ ਸਮੇਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਹਾਥੀ ਤੇ ਚੜਿਆ ਹਜੇ ਲਾਹੌਰ ਵੀ ਨਾ ਸੀ ਵੜਿਆ, ਇੰਨੀ ਹਨੇਰੀ ਆਈ ਹਾਥੀ ਤੋਂ ਡਿੱਗ ਕੇ ਪਹਿਲਾਂ ਇਹਦਾ ਦਸਵਾਂ ਹੀ ਟੁੱਟਾ ਸੀ। ਇੱਥੇ ਕਵੀ ਜੀ ਉਹ ਜ਼ਿਕਰ ਕਰਦੇ ਹਨ ਕਿ ਮਹਾਰਾਜ ਜੀ ਮਨ ਵਿੱਚ ਉਹਦੇ ਬਾਬਤ ਸੋਚ ਰਹੇ ਹਨ, ਪਰ ਹਜੂਰ ਨੂੰ ਸਾਧ ਸੰਗਤ ਜੀ ਕਿੰਦਾ ਸਰਾਪ ਲੱਗ ਸਕਦਾ ਹੈ। ਇਹ ਤਾਂ ਮਹਾਰਾਜ ਜੀ ਸ਼ਹਾਦਤ ਸ਼ਹੀਦਾਂ ਦੇ ਸਰਤਾਜ ਮਹਾਰਾਜ ਜੀ ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਤੁਰੇ ਹੀ ਸ਼ਹਾਦਤ ਦੇਣ ਵਾਸਤੇ ਹਨ। ਕਹਿਓ ਬਾਕ ਹਮ ਕੋ ਡਰ ਪਾਵੈ। ਕਹਿੰਦਾ ਹੈ ਕਹਿਓ ਵਾਕ ਹਮ ਕੋ ਡਰ ਪਾਵੈ। ਗੁਰੂ ਜੀ ਨੂੰ ਕਿਹਾ ਕਿ ਸਾਨੂੰ ਭਾਵ ਕਿ ਇਹਨਾਂ ਦੇ ਮਨ ਵਿੱਚ ਡਰ ਹੀ ਨਹੀਂ ਹੈ। ਇੰਨੇ ਮੈਂ ਬਚਨ ਸੁਣਾ ਰਿਹਾ ਹਾਂ, ਚੰਦੂ ਮਨ ਵਿੱਚ ਸੋਚਦਾ ਹੈ ਜਿਮ ਪੂਰਬ ਤਿਮ ਹੀ ਬਣ ਆਵੈ। ਜਿਮ ਪੂਰਮ ਤਿਮ ਹੀ ਬਣ ਆਵੈ।
ਹਜੂਰ ਨੇ ਸਾਧ ਸੰਗਤ ਜੀ ਉਸ ਸਮੇਂ ਫਿਰ ਬਚਨ ਕਹੇ ਸੀ, ਸਾਨੂੰ ਬਚਨ ਕਹਿ ਕੇ ਕੀ ਡਰਾਉਣਾ ਹੈ ਚੰਦੂ, ਅਸੀਂ ਇੱਥੋਂ ਵਾਪਸ ਜਾਣ ਵਾਸਤੇ ਨਹੀਂ ਆਏ, ਅਸੀਂ ਸ਼ਹਾਦਤ ਦੇਣ ਵਾਸਤੇ ਹੀ ਆਏ ਹਾਂ। ਨਹਿ ਤੁਵ ਦੋਹਿਤਾ ਲੇ ਕਬ ਨਾਤਾ, ਤੇ ਨਾ ਹੀ ਤੇਰੀ ਪੁੱਤਰੀ ਦਾ ਅਸੀਂ ਕਦੇ ਨਾਤਾ ਪ੍ਰਵਾਨ ਕਰਾਂਗੇ। ਤੂੰ ਵੱਡਾ ਹੈ, ਜਾ ਕੇ ਵੱਡਿਆਂ ਨਾਲ ਨਾਤੇ ਜੋੜ ਲਾ। ਚਿਤ ਜੇ ਚਹਿਤ ਪ੍ਰਾਨ ਕਰ ਘਾਤਾ, ਜੇ ਤੇਰੇ ਮਨ ਵਿੱਚ ਇਹ ਹੈ ਨਾ ਕਿ ਸਾਡੇ ਪ੍ਰਾਣ ਤੂੰ ਭਾਵ ਕਹਿੰਦਾ ਹੈ ਮੌਤ ਤੁਹਾਨੂੰ ਆਵੇਗੀ, ਹਜੂਰ ਕਹਿੰਦੇ ਹਾਂ ਅਸੀਂ ਵੀ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਇੱਥੇ ਲਾਹੌਰ ਆ ਬੈਠੇ ਹਾਂ। ਜਿਤੀ ਅਵਗਿਆ ਕਰੈ ਦੁਖਾਵੈ, ਪਰ ਇੱਕ ਗੱਲ ਮਨ ਵਿੱਚ ਪਾਪੀਆ ਯਾਦ ਰੱਖੀ, ਜਿੰਨੀ ਵੀ ਤੂੰ ਅਵਗਿਆ ਕਰੇਗਾ, ਜਿੰਨਾ ਵੀ ਸਾਡੇ ਸਰੀਰ ਨੂੰ ਕਸ਼ਟ ਦੇਵੇਂਗਾ, ਤਿਤੋ ਅੰਤ ਦੁਖ ਲਹਿ ਪਛੁਤਾਵੈ, ਇਸ ਤੋਂ ਵੀ ਜ਼ਿਆਦਾ ਜਦੋਂ ਤੇਰਾ ਅੰਤ ਆਵੇਗਾ ਜ਼ਿਆਦਾ ਦੁੱਖ ਤੈਨੂੰ ਹੋਵੇਗਾ, ਫਿਰ ਪਛਤਾਵੇਂਗਾ, ਪਛਤਾਵਿਆਂ ਵੀ ਕੁਝ ਨਹੀਂ ਤੇਰਾ ਬਣਨਾ। ਕ੍ਰੋਧ ਬਸੀ ਹੋਏ ਜਿਮ ਅਗ ਕਰਤਾ, ਜਿਸ ਤਰ੍ਹਾਂ ਸਾਧ ਸੰਗਤ ਜੀ ਫਿਰ ਕ੍ਰੋਧ ਦੇ ਵਸ ਹੋ ਕੇ ਜਿੱਦਾਂ ਇਹ ਪਾਪ ਕਰਨ ਲੱਗਾ ਹੈ, ਪਰ ਹੈ ਨਰਕ ਜਮ ਫਾਸੀ ਧਰਤਾ, ਮਾਨੋ ਕਿ ਪਾਪੀ ਨੇ ਨਰਕਾਂ ਦੇ ਦਰਵਾਜ਼ੇ ਹੀ ਆਪਦੇ ਵਾਸਤੇ ਖੋਲ ਲਏ ਹਨ, ਜਮਾਂ ਦੀ ਫਾਹੀ ਇਸ ਪਾਪੀ ਦੇ ਗਲ ਵਿੱਚ ਪਵੇਗੀ। ਕਹਿ ਚੰਦੂ ਅਬ ਗਿਆਨ ਸੁਨਾਵਤ, ਚੰਦੂ ਕਹਿੰਦਾ ਹੈ ਸਾਧ ਸੰਗਤ ਜੀ ਜੇ ਕਿਸੇ ਨੂੰ ਕੁਝ ਕਹੀਏ ਇੰਨਾ ਕ੍ਰੋਧ ਦੇ ਵਿੱਚ ਹੈ, ਕਹਿੰਦਾ ਹੈ ਮੈਨੂੰ ਗਿਆਨ ਦੀਆਂ ਗੱਲਾਂ ਸੁਣਾਉਂਦੇ ਹੋ ਅੱਗੋਂ। ਜਿਸ ਤਰ੍ਹਾਂ ਹਜੂਰ ਨੂੰ ਸਾਧ ਸੰਗਤ ਜੀ ਬਚਨ ਕਹਿੰਦਾ ਹੈ, ਕੂਕਰ ਕਹਿਓ ਨਾ ਤਬ ਡਰ ਪਾਵਤ, ਕਹਿੰਦਾ ਹੈ ਜਦੋਂ ਤੁਸੀਂ ਸਾਨੂੰ ਕੂਕਰ ਕਿਹਾ ਸੀ, ਕੁੱਤਾ ਕਿਹਾ ਸੀ, ਉਦੋਂ ਤੁਹਾਨੂੰ ਡਰ ਨਹੀਂ ਲੱਗਾ। ਇਹ ਸਾਧ ਸੰਗਤ ਜੀ ਜੋ ਪਾਪੀ ਚੰਦੂ ਸੀ, ਹਜੂਰ ਨੇ ਸਾਧ ਸੰਗਤ ਜੀ ਕਦੇ ਵੀ ਕੌੜੇ ਬਚਨ ਨਾ ਸੀ ਕਹੇ। ਹਜੂਰ ਦੀ ਗੁਰਬਾਣੀ ਗਵਾਹੀ ਦਿੰਦੀ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ। ਮਹਾਰਾਜ ਜੀ ਕਹਿੰਦੇ ਹਨ ਅਸੀਂ ਲੱਭ ਕੇ ਸੋਚ ਕੇ ਥੱਕ ਗਏ ਹਾਂ, ਕਿਤੇ ਤਾਂ ਕੌੜਾ ਬੋਲਿਆ ਹੋਵੇਗਾ, ਪਰ ਹਜੂਰ ਕਦੇ ਵੀ ਕੌੜਾ ਬਚਨ ਬੋਲਿਆ ਹੀ ਨਹੀਂ। ਇਧਰ ਚੰਦੂ ਪਾਪੀ ਕਹਿੰਦਾ ਹੈ ਤੁਹਾਨੂੰ ਉਦੋਂ ਡਰ ਨਹੀਂ ਲੱਗਾ ਜਦੋਂ ਕੁੱਤਾ ਕਿਹਾ ਸੀ। ਹਜੂਰ ਨੇ ਕਿਹਾ ਚੰਦੂ ਅਸੀਂ ਤੈਨੂੰ ਕੁੱਤਾ ਨਹੀਂ ਕਿਹਾ, ਪਰ ਜੇ ਤੂੰ ਸੋਚਦਾ ਹੈ ਨਿਰਭੈ ਹੋ ਕੇ ਮਹਾਰਾਜ ਜੀਆਂ ਨੇ ਬਚਨ ਕਹੇ ਸੀ, ਕਿਉਂਕਿ ਕਿਸੇ ਗੁਰਸਿੱਖ ਨੇ ਕਿਹਾ ਸੀ ਮਹਾਰਾਜ ਐਡਾ ਹੰਕਾਰੀ ਹੈ। ਮਹਾਰਾਜ ਜੀਆਂ ਨੇ ਕਿਹਾ ਜੇ ਸਾਡੇ ਗੁਰਸਿੱਖ ਨੇ ਕਿਹਾ ਹੈ ਚੰਦੂ ਇਹ ਸਮਝ ਲਾ ਫਿਰ ਅਸੀਂ ਤੈਨੂੰ ਕਿਹਾ ਹੈ, ਪਰ ਫਿਰ ਵੀ ਮੁੱਖ ਤੋਂ ਮਹਾਰਾਜ ਜੀਆਂ ਨੇ ਇਸ ਨੂੰ ਕੁੱਤਾ ਨਹੀਂ ਕਿਹਾ। ਚੰਦੂ ਉਹ ਬਚਨ ਕਹਿੰਦਾ ਹੈ, ਤਿਸ ਕੋ ਫਲ ਅਬ ਲੇਹੋ ਮਹਾਨਾ, ਚੰਦੂ ਕਹਿੰਦਾ ਹੈ ਉਸ ਦਾ ਫਲ ਹੁਣ ਤੁਹਾਨੂੰ ਦਿੰਦਾ ਹਾਂ। ਦਿਓ ਸਜਾਏ ਪ੍ਰਾਨ ਕਰ ਹਾਨਾ, ਕਹਿੰਦਾ ਹੈ ਹੁਣ ਤੁਹਾਨੂੰ ਸਜ਼ਾ ਦੇਣਾ ਹਾਂ ਤੇ ਤੁਹਾਡੇ ਪ੍ਰਾਣ ਭਾਵ ਤਿਆਗ ਦਿਓ ਹੁਣ ਤੁਸੀਂ। ਗੁਰੂ ਭਾਨਿਓ ਜੇ ਨਹਿ ਤਬ ਕਹਿਓ, ਮਹਾਰਾਜ ਜੀਆਂ ਨੇ ਅੱਗੋਂ ਨਿਰਭੈ ਹੋ ਕੇ ਬਚਨ ਕਹੇ ਨੇ ਚੰਦੂ ਜੇ ਅਸੀਂ ਤੈਨੂੰ ਉਸ ਸਮੇਂ ਕੁੱਤਾ ਨਹੀਂ ਕਿਹਾ, ਤਉ ਕਹਿਓ ਜੈਸੇ ਕਰ ਚਾਹਿਓ, ਤਾਂ ਹੁਣ ਕਹਿੰਦੇ ਹਾਂ ਪਰ ਮੁਖ ਤੋਂ ਫਿਰ ਵੀ ਹਜੂਰ ਨੇ ਨਹੀਂ ਕਿਹਾ। ਜਿਵੇਂ ਤੈਨੂੰ ਮਹਾਰਾਜ ਜੀ ਕਹਿੰਦੇ ਹਨ ਪਾਉਂਦਾ ਹੈ ਆਪਣੀਆਂ ਮਨ ਆਈਆਂ ਕਰ, ਕਹਿ ਚਾਕਰ ਸੋ ਦੇਗ ਉਬਾਰੀ, ਉਸ ਸਮੇਂ ਆਪਣੇ ਨੌਕਰ ਨੂੰ ਚੰਦੂ ਕਹਿ ਕੇ ਕਹਿੰਦਾ ਹੈ ਦੇਗ ਨੂੰ ਹੋਰ ਥੱਲੇ ਅੱਗ ਢਾ ਦਿੱਤੀ ਜਾਵੇ, ਪਕੜੋ ਦੇਹੋ ਤਿਸੀ ਮਹਿ ਡਾਰੀ, ਇਹਨਾਂ ਨੂੰ ਪਕੜ ਕੇ ਕਹਿੰਦਾ ਹੈ ਉਸ ਦੇਗ ਵਿੱਚ ਬਿਠਾ ਦਿੱਤਾ ਜਾਵੇ। ਇੱਕ ਤਾਂ ਸਾਧ ਸੰਗਤ ਜੀ ਇਹ ਜੇਠ ਦੇ ਮਹੀਨੇ ਗਰਮੀਆਂ ਦੇ, ਉੱਪਰੋਂ ਤੱਤੀ ਲੋਹ ਵਗਦੀ ਹੈ, ਉੱਪਰੋਂ ਤੱਤੀ ਅੱਗ ਤੇ ਗਰਮ ਜਲ ਹੈ। ਹਜੂਰ ਨੂੰ ਜਿਸ ਤਰ੍ਹਾਂ ਕਹਿ ਰਿਹਾ ਹੈ ਚੰਦੂ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦਾ ਹੋਇਆ ਕਿ ਇਹਨਾਂ ਨੂੰ ਫੜ ਕੇ ਦੇਗ ਵਿੱਚ ਬਿਠਾ ਦਿੱਤਾ ਜਾਵੇ। ਤਬ ਸਤਿਗੁਰ ਉਠ ਆਪੇ ਗਏ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਹੀ ਹਜੂਰ ਉੱਠ ਖੜੇਤੇ ਹਨ। ਹਜੂਰ ਦੇ ਕਦਮ ਦੇਗ ਵੱਲ ਵੱਧ ਰਹੇ ਹਨ। ਤਪਤ ਨੀਰ ਮਹਿ ਬੈਠਤ ਭਏ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਕਦਮ ਉਸ ਗਰਮ ਜਲ ਵੱਲ ਵਧੇ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਪਦੇ ਹੋਏ ਦੇਗਚੇ ਵਿੱਚ ਸਮਾਧਾ ਲਾ ਬੈਠ ਗਏ ਹਨ। ਹਾਹਾਕਾਰ ਹੇਰ ਸਿੱਖ ਕਰੈ, ਇਧਰ ਜੋ 5 ਸਿੱਖ ਸੀ ਹਾਹਾਕਾਰ ਮਚ ਜਾਂਦੀ ਹੈ, ਰੱਸੀਆਂ ਦੇ ਨਾਲ ਬੰਨੇ ਹਨ, ਗਲ ਦੇ ਵਿੱਚ ਬੇੜੀਆਂ ਪਾਈਆਂ ਹਨ, ਹਾਹਾਕਾਰ ਸਿੰਘਾਂ ਤੋਂ ਕਿੱਥੇ ਜਰੀ ਜਾਂਦੀ ਹੈ। ਉਠਿਓ ਪਿਰਾਨਾ ਸ਼ਕਤ ਨਾ ਜਰੈ, ਧੰਨ ਭਾਈ ਪ੍ਰਾਣਾ ਜੀ ਜਿਨ੍ਹਾਂ ਵਿੱਚ ਮਹਾਨ ਸ਼ਕਤੀਆਂ ਹਨ, ਜਰੀਆਂ ਨਹੀਂ ਗਈਆਂ ਹਜੂਰ ਦੇ ਸਿੱਖ ਨੂੰ ਸਮੇਤ
ਬੇੜੀਆਂ ਭਾਈ ਪ੍ਰਾਣਾ ਜੀ ਅੱਗੇ ਨੂੰ ਵੱਧਦੇ ਹਨ। ਗੁਰਦਿਸ਼ ਚਲਿਓ ਕੇਲੋਂ ਉਬਾਰੀ। ਕਹਿੰਦਾ ਹੈ ਭਾਈ ਪ੍ਰਾਣਾ ਜੀ ਮਨ ਵਿੱਚ ਸੋਚਦਾ ਹੈ ਕਿ ਗੁਰੂ ਜੀ ਵੱਲ ਤੁਰੇ ਹਨ ਭਾਈ ਪ੍ਰਾਣਾ ਜੀ, ਕਿ ਹਜੂਰ ਨੂੰ ਜਲ ਵਿੱਚੋਂ ਮੈਂ ਕੱਢ ਲਵਾਂ। ਹਤੋਂ ਦੁਸ਼ਟ ਚੰਦੂ ਦੁਰਚਾਰੀ। ਕਹਿੰਦਾ ਹੈ ਤੇ ਇਸ ਚੰਦੂ ਪਾਪੀ ਜੋ ਦੁਰਚਾਰੀ ਖੋਟੀ ਬੁੱਧੀ ਵਾਲਾ ਹੈ, ਇਸ ਨੂੰ ਮਾਰ ਦਵਾਂ। ਤਬਹਿ ਸਿਪਾਹੀ ਗਹਿ ਕਰ ਸੋਟਾ। ਉਸੇ ਸਮੇਂ ਚੰਦੂ ਦੇ ਸਿਪਾਹੀ ਹੱਥ ਦੇ ਵਿੱਚ ਸੋਟਾ ਪਕੜਿਆ ਹੈ। ਦੋਏ ਤ੍ਰੈ ਹਤੇ ਜਾਤ ਕੋ ਹੋਟਾ। ਧੰਨ ਭਾਈ ਪ੍ਰਾਣਾ ਜੀ ਉਹਨਾਂ ਦੇ ਸੋਟਿਆਂ ਦੇ ਨਾਲ ਵਾਰ ਕੀਤੇ ਹਨ, ਨਾਲ ਦੇ ਗੁਰਸਿੱਖਾਂ ਨੂੰ ਕੁੱਟਣ ਲੱਗੇ ਹਨ। ਚੰਦੂ ਦੇ ਸਿਪਾਹੀ ਗੋਡਿਆਂ ਤੇ ਸੋਟੇ ਮਾਰਦੇ ਹਨ। ਸਤਿਗੁਰ ਕਹਿਓ ਨਾ ਆਵੋ ਤੀਰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਭਾਈ ਪ੍ਰਾਣਾ ਲਾਗੇ ਕਿਉਂ ਆਉਣਾ ਹੈ ਸਾਡੇ ਤੂੰ। ਪਰ ਹੈ ਦੁਸ਼ਟ ਜਬ ਖਾਰੇ ਨੀਰ। ਕਹਿੰਦੇ ਹਨ ਹਜੂਰ ਇਸ ਦੁਸ਼ਟ ਦੀਆਂ ਤਾਂ ਅਸੀਂ ਜੜਾਂ ਪੱਟ ਕੇ ਖਾਰੇ ਸਮੁੰਦਰ ਵਿੱਚ ਸੁੱਟ ਦੇਣੀਆਂ ਨੇ। ਹਮ ਤੋ ਤਜਹਿ ਆਪਣੇ ਪ੍ਰਾਨ। ਮਹਾਰਾਜ ਜੀ ਕਹਿੰਦੇ ਹਨ ਅਸੀਂ ਤਾਂ ਆਪਣਾ ਸਰੀਰ ਤਿਆਗਣਾ ਹੀ ਹੈ। ਭਾਈ ਪ੍ਰਾਣਾ ਜੀਆਂ ਨੂੰ ਹਜੂਰ ਕਹਿੰਦੇ ਹਨ ਲੇਹੋ ਸਾਸ ਨਾ ਤੁਮ ਕਿਉ ਆਣ। ਤੇ ਭਾਈ ਪ੍ਰਾਣਾ ਤੂੰ ਕਿਉਂ ਕੁੱਟ ਖਾਨਾ ਹੈ। ਦੇਖੋ ਸਾਧ ਸੰਗਤ ਜੀ ਹਜੂਰ ਨੇ ਆਪਣੇ ਸਰੀਰ ਤੇ ਤਪਦੇ ਹੋਏ ਜਲ ਦਾ ਕਸ਼ਟ ਤਾਂ ਸਹਿ ਲਿਆ। ਚੰਦੂ ਕਹਿੰਦਾ ਸੀ ਕੋਈ ਬਚਨ ਕਵੋ ਮੁਖ ਤੋਂ, ਹਜੂਰ ਕੁਝ ਨਾ ਸੀ ਬੋਲੇ। ਪਰ ਜਦੋਂ ਸਿੱਖ ਦੇ ਵੱਜਦੇ ਹੋਏ ਡੰਡੇ ਮਹਾਰਾਜ ਜੀਆਂ ਨੇ ਤੱਕੇ ਹਨ, ਹਜੂਰ ਫਿਰ ਮੁਖ ਤੋਂ ਬੋਲੇ ਹਨ ਭਾਈ ਪ੍ਰਾਣਾ ਤੂੰ ਕਿਉਂ ਕੁੱਟ ਖਾਨਾ ਹੈ। ਖਰਿਓ ਦੂਰ ਕਰ ਜੋਰ ਪਿਰਾਨਾ। ਭਾਈ ਪ੍ਰਾਣਾ ਜੀ ਉੱਥੇ ਹੀ ਸਾਧ ਸੰਗਤ ਜੀ ਹੱਥ ਜੋੜ ਕੇ ਦੂਰ ਮਹਾਰਾਜ ਜੀਆਂ ਨੂੰ ਤੱਕ ਰਹੇ ਹਨ। ਭਾਈ ਪ੍ਰਾਣਾ ਜੀ ਹੱਥ ਜੋੜ ਕੇ ਖੜ ਗਏ ਹਨ। ਸ਼ਕਤ ਦਿਖਾਵਨ ਹੇਤ ਵਖਾਨਾ। ਮਹਾਰਾਜ ਜੀ ਉਸ ਸਮੇਂ ਕਹਿੰਦਾ ਹੈ ਹਜੂਰ ਆਪ ਆਗਿਆ ਕਰੋ। ਪ੍ਰਭ ਜੀ ਰਹਿਓ ਜਾਏ ਨਹਿ ਮੋਤੇ। ਮਹਾਰਾਜ ਜੀ ਮੇਰੇ ਤੋਂ ਰਿਹਾ ਨਹੀਂ ਜੇ ਜਾਂਦਾ। ਹਜੂਰ ਸਾਡੇ ਨਰੋਏ ਸਰੀਰ ਹੋਣ। ਮਹਾਰਾਜ ਜੀ ਆਪ ਤੱਤੇ ਦੇਗੇ ਵਿੱਚ ਬੈਠੇ ਹੋ, ਹਜੂਰ ਹੁਣ ਬਰਦਾਸ਼ਤ ਨਹੀਂ ਜੇ ਹੁੰਦਾ। ਰਾਵਰ ਕੋ ਏਤਿਕ ਦੁਖ ਹੋਤੇ। ਮਹਾਰਾਜ ਜੀ ਹਜੂਰ ਆਪ ਜੀਆਂ ਨੂੰ ਇੰਨੀ ਪੀੜਾ ਵਿੱਚ ਤੱਕ ਕੇ ਹਜੂਰ ਅਸੀਂ ਕਿਵੇਂ ਸਹਿ ਸਕਦੇ ਹਾਂ। ਦਿੱਲੀ ਲਵਪੁਰ ਨਗਰ ਵਿਸਾਲੇ। ਭਾਈ ਪ੍ਰਾਣਾ ਜੀ ਕਹਿੰਦਾ ਹੈ ਹਜੂਰ ਆਪ ਆਗਿਆ ਦਵੋ। ਦਿੱਲੀ ਤੇ ਲਾਹੌਰ ਕੀ ਇਹ ਜੋ ਵੱਡੇ ਨਗਰ ਇਹਨਾਂ ਤੁਰਕਾਂ ਦੇ ਮੰਨੇ ਜਾਂਦੇ ਹਨ। ਅਬ ਲੇਵੋ ਨਿਜ ਹਾਥ ਉਠਾਲੇ। ਮਹਾਰਾਜ ਜੀ ਕਿਰਪਾ ਕਰੋ। ਇੰਨੀ ਅਜਰ ਸ਼ਕਤੀ ਭਾਈ ਪ੍ਰਾਣਾ ਜੀ ਜਰੀ ਖੜੇ ਹਨ। ਕਹਿੰਦੇ ਹਨ ਹਜੂਰ ਆਪਣੇ ਹੱਥਾਂ ਤੇ ਚੱਕ ਲੈਣਾ ਹਾਂ। ਦੋਹਨ ਪਿਰਾਵੋ ਜਿਉ ਕਰਤਾਰੀ। ਮਹਾਰਾਜ ਜੀ ਇਸ ਤਰ੍ਹਾਂ ਜਿਵੇਂ ਤਾੜੀ ਮਾਰ ਦਈਦੀ ਹੈ ਦੋਨੋਂ ਨਗਰਾਂ ਨੂੰ ਮੈਂ ਭਸਮ ਕਰ ਦਵਾਂਗਾ। ਦਿਓ ਨਾਸ ਕਰ ਲਗਹਿ ਨਾ ਬਾਰੀ। ਮਹਾਰਾਜ ਜੀ ਬਹੁਤੀ ਦੇਰ ਨਹੀਂ ਲੱਗੇਗੀ। ਜੀ ਕਰਦਾ ਹੈ ਨਾਸ਼ ਕਰ ਦੇਵਾਂ ਪਾਪੀਆਂ ਦਾ। ਕਿਉ ਇਤਨੇ ਦੁਖ ਸਹੋ ਗੁਸਾਈ। ਮਹਾਰਾਜ ਜੀ ਗੋਸਾਈ ਧਰਤੀ ਦੀ ਆਪ ਪਾਲਣਾ ਕਰਨ ਵਾਲੇ ਹੋ। ਧਰਤੀ ਆਪ ਜੀਆਂ ਤੋਂ ਧੀਰਜ ਸਿੱਖਦੀ ਹੈ। ਹਜੂਰ ਆਪ ਇੰਨੇ ਕਸ਼ਟ ਕਿਉਂ ਸਰੀਰ ਤੇ ਸਹਿ ਰਹੇ ਹੋ। ਦੇਹੋ ਸ਼ਾਰਤ ਮੁਖ ਕਹੋ ਨਾ ਕਾਈ। ਮਹਾਰਾਜ ਜੀ ਜੇ ਆਪ ਮੁਖ ਤੋਂ ਨਹੀਂ ਕੋਈ ਬਚਨ ਕਹਿੰਦੇ, ਨੇਤਰਾਂ ਕਰਕੇ ਹੀ ਹਜੂਰ ਇਸ਼ਾਰਾ ਕਰ ਦਵੋ, ਮੈਂ ਇਹਨਾਂ ਤੁਰਕਾਂ ਦੀ ਜੜ ਪੱਟ ਦਿਨਾ ਹਾਂ। ਸੁਣ ਸਤਿਗੁਰ ਕਹਿ ਕਹਿਤੇ ਪਾਈ। ਉਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਪੁੱਛਿਆ ਹੈ ਭਾਈ ਪ੍ਰਾਣਾ ਇੰਨੀ ਸ਼ਕਤੀ ਤੂੰ ਕਿੱਥੋਂ ਪਾਈ ਹੈ। ਜੇ ਚਾਹਤ ਅਬ ਸ਼ਕਤ ਦਿਖਾਈ। ਮਹਾਰਾਜ ਜੀ ਕਹਿੰਦੇ ਹਨ ਜਿਹੜੀ ਸ਼ਕਤੀ ਤੂੰ ਦਿਖਾਉਣਾ ਚਾਹੁੰਦਾ ਹੈ ਭਾਈ ਪ੍ਰਾਣਾ ਇੰਨੀ ਸ਼ਕਤੀ ਤੇਰੇ ਵਿੱਚ ਕਿੱਥੋਂ ਆਈ ਹੈ। ਸੁਣੋ ਗੁਰੂ ਕਰ ਸੇਵ ਤੁਮਾਰੀ। ਮਹਾਰਾਜ ਜੀ ਭਾਈ ਪ੍ਰਾਣਾ ਜੀ ਕਹਿੰਦੇ ਹਨ ਹਜੂਰ ਆਪ ਜੀਆਂ ਦੀ ਸੇਵਾ ਕਰਕੇ ਇਹ ਸ਼ਕਤੀ ਮੇਰੇ ਵਿੱਚ ਆਈ ਹੈ। ਭਇਓ ਕਿਰਪਾ ਤੇ ਪ੍ਰਾਕਰਮ ਭਾਰੀ। ਮਹਾਰਾਜ ਜੀ ਇਸੇ ਕਰਕੇ ਮੈਂ ਭਾਰੀ ਪ੍ਰਾਕਰਮ ਕਰ ਸਕਦਾ ਹਾਂ। ਚੰਦੂ ਦੁਸ਼ਟ ਮੂੜ ਕਿਆ ਹੈ। ਮਹਾਰਾਜ ਜੀ ਇਹ ਚੰਦੂ ਮੂਰਖ ਦੁਸ਼ਟ ਪਾਪੀ ਇਹ ਕੀੜੀ ਜਿਹਾ ਕੀ ਹੈ। ਨਾਸੋਂ ਤੁਰਕ ਨਾਮ ਨਹਿ ਰਹੈ। ਮਹਾਰਾਜ ਜੀ ਮੈਂ ਤੁਰਕਾਂ ਦਾ ਬੀਜ ਹੀ ਨਾਸ ਕਰ ਦੇਵਾਂਗਾ। ਕੋਈ ਯਾਦ ਵੀ ਨਹੀਂ ਕਰੇਗਾ ਕਿ ਤੁਰਕ ਵੀ ਸੰਸਾਰ ਤੇ ਹੁੰਦੇ ਸੀ। ਜਿਨ ਕੇ ਰਾਜ ਮਹਾ ਅਨਿਆਏ। ਜਿਨ੍ਹਾਂ ਦੇ ਰਾਜ ਦੇ ਵਿੱਚ ਹਜੂਰ
ਐਡਾ ਨਿਆਏ ਹੋ ਰਿਹਾ ਹੈ। ਹਾਂਜੀ, ਤੁਮ ਸਮ ਕੋ ਅਸ ਹੋਤ ਸਜਾਏ। ਮਹਾਰਾਜ ਜੀ ਆਪ ਜੀਆਂ ਵਰਗਿਆਂ ਨੂੰ ਸ਼ਾਂਤੀ ਦੇ ਪੁੰਜ ਹਜੂਰ, ਆਪ ਜੀਆਂ ਵਰਗਿਆਂ ਨੂੰ ਸਜ਼ਾ ਹੋ ਰਹੀ ਹੈ। ਮਹਾਰਾਜ ਜੀ ਹੋਰ ਕੀ ਇੱਥੇ ਬਣੇਗਾ। ਗੁਰੂ ਕਹਿਓ ਜਿਨ ਕੀ ਕਰ ਸੇਵਾ। ਮਹਾਰਾਜ ਜੀਆਂ ਨੇ ਬਚਨ ਉਚਾਰੇ ਹਨ ਭਾਈ ਪ੍ਰਾਣਾ ਜੀ, ਜਿਨ੍ਹਾਂ ਦੀ ਸੇਵਾ ਕਰਕੇ ਤੁਹਾਡੇ ਵਿੱਚ ਇੰਨੀਆਂ ਸ਼ਕਤੀਆਂ ਆਈਆਂ ਹਨ। ਲਈ ਸ਼ਕਤ ਧਾਰਤ ਅਹਮੇਵਾ। ਮਹਾਰਾਜ ਜੀ ਕਹਿੰਦੇ ਹਨ ਫਿਰ ਇੰਨੀ ਸ਼ਕਤੀ ਧਾਰ ਕੇ ਜੋ ਤੁਸੀਂ ਹੰਕਾਰ ਕਰਦੇ ਹੋ, ਤਿਨ ਮੋਹ ਸ਼ਕਤ ਅਹੈ ਕਹਿ ਨਾਹੀ। ਦੱਸ ਫਿਰ ਉਹਨਾਂ ਸਤਿਗੁਰਾਂ ਵਿੱਚ ਕਿੰਨੀ ਸ਼ਕਤੀ ਹੋਵੇਗੀ। ਉਹਨਾਂ ਵਿੱਚ ਮੰਨਦਾ ਹੈ ਕਿ ਸ਼ਕਤੀ ਹੈਗੀ ਹੈ ਕਿ ਨਹੀਂ। ਕਿਮ ਜਾਣਤ ਆਪਣੇ ਮਨ ਮਾਹੀ। ਫਿਰ ਤੂੰ ਆਪਣੇ ਮਨ ਵਿੱਚ ਕਿਵੇਂ ਜਾਣਦਾ ਹੈ ਭਾਈ ਪ੍ਰਾਣਾ, ਸਾਨੂੰ ਦੱਸਣਾ ਕਰ। ਜੇ ਜਾਣਤ ਤੂਸ਼ਣ ਕਰ ਰਹੋ। ਜੇ ਤਾਂ ਜਾਣਦਾ ਹੈ ਫਿਰ ਚੁੱਪ ਕਰਕੇ ਸਾਡੀ ਮੌਜ ਵੇਖ, ਅਸੀਂ ਕਿਸ ਤਰ੍ਹਾਂ ਸ਼ਹਾਦਤ ਪ੍ਰਾਪਤ ਕਰਦੇ ਹਾਂ। ਬੈਠੇ ਪਿਕਹੋ ਨਹੀਂ ਕੁਛ ਕਹੋ। ਮਹਾਰਾਜ ਜੀ ਕਹਿੰਦੇ ਹਨ ਭਾਈ ਪ੍ਰਾਣਾ, ਬੈਠ ਕੇ ਦੇਖ ਸਾਡੇ ਖੇਲ ਨੂੰ ਤੇ ਮੁਖ ਤੋਂ ਚੁੱਪਚਾਪ ਹੋ ਜਾ। ਨਾਹੇ ਤਾਂ ਛੂਡੋ ਹੀ ਰਹਿ ਜੈ ਹੈ। ਨਾਹੇ ਤਾਂ ਛੂਛੋ ਭਾਵ ਭਾਈ ਪ੍ਰਾਣਾ ਖਾਲੀ ਰਹਿ ਜਾਵੇਂਗਾ। ਖੋਏ ਸ਼ਕਤ ਕੋ ਪੁੰਨ ਪਛੁਤਾ ਹੈ। ਸ਼ਕਤੀਆਂ ਸਭ ਗਵਾ ਬੈਠੇਗਾ ਤੇ ਪਛਤਾਵੇਂਗਾ। ਹਮਨੇ ਇਮ ਹੀ ਕਾਰਨ ਕਰਨਾ। ਮਹਾਰਾਜ ਜੀ ਕਹਿੰਦੇ ਹਨ ਇਹ ਸਾਡੀ ਮੌਜ ਹੈ, ਅਸੀਂ ਇਸੇ ਕਰਕੇ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਹੀ ਤੁਰੇ ਹਾਂ। ਤੂੰ ਨਹਿ ਲਖੈ ਏਵ ਆਚਰਨਾ। ਮਹਾਰਾਜ ਜੀ ਕਹਿੰਦੇ ਹਨ ਭਾਈ ਪ੍ਰਾਣਾ ਸਭ ਸਮਝ ਆ ਜਾਵੇਗੀ। ਪਰਮ ਬਿਸੂਰਤ ਤੂਛਣ ਹੋਵਾ। ਉਸ ਸਮੇਂ ਸਾਧ ਸੰਗਤ ਜੀ ਭਾਈ ਪ੍ਰਾਣਾ ਜੀ ਕਹਿੰਦੇ ਹਨ ਹਜੂਰ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਬਸੂਰਤ ਜਾ ਹੋ ਕੇ ਭਾਈ ਪ੍ਰਾਣਾ ਜੀ ਹਜੂਰ ਵੱਲ ਤੱਕਦੇ ਹਨ। ਨੀਚ ਗਰੀਬ ਕਰ ਊਚ ਨਾ ਜੋਵਾ। ਹਜੂਰ ਕਹਿੰਦੇ ਹਨ ਫਿਰ ਧੌਣ ਨੀਵੀਂ ਕਰਕੇ ਭਾਈ ਪ੍ਰਾਣਾ ਖੜ ਜਾ, ਸਾਡਾ ਇਸੇ ਤਰ੍ਹਾਂ ਹੀ ਮੌਜ ਹੈ। ਜੇ ਨਹੀਂ ਦੇਖਿਆ ਜਾਂਦਾ ਤਾਂ ਮੂੰਹ ਥੱਲੇ ਕਰ ਲਾ। ਭਾਈ ਪ੍ਰਾਣਾ ਜੀ ਹੱਥ ਜੋੜ ਕੇ ਸਾਧ ਸੰਗਤ ਜੀ ਬੇਸੂਰਤ ਜੇ ਹੋ ਕੇ ਮੂੰਹ ਥੱਲੇ ਨੂੰ ਝੁਕਾ ਲੈਂਦੇ ਹਨ। ਸਤਿਗੁਰ ਬੈਠੇ ਦੇਗ ਮਝਾਰੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਗ ਵਿੱਚ ਮਹਾਰਾਜ ਜੀ ਸਮਾਧਾ ਲਾਈ ਬੈਠੇ ਹਨ। ਤਰੇ ਦੁਸ਼ਟ ਬਹੁ ਸਮਦਾ ਜਾਰੀ। ਇਧਰ ਦੁਸ਼ਟ ਪਾਪੀ ਦੇਖਦਾ ਹੈ ਇਹਨਾਂ ਦੇ ਸਰੀਰ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਕਹਿੰਦਾ ਹੈ ਸਿਪਾਹੀਆਂ ਨੂੰ ਹੋਰ ਅੱਗ ਢਾ ਦਿੱਤੀ ਜਾਵੇ। ਅਗਨ ਡਾਰ ਉਰ ਧਰ ਸਮਧਾਉ। ਤਾਂ ਉਸ ਸਮੇਂ ਅੱਗ ਨੂੰ ਸਾਧ ਸੰਗਤ ਜੀ ਸਿਪਾਹੀਆਂ ਨੇ ਹੋਰ ਵਧਾਇਆ ਹੈ। ਕਰਿਓ ਵਿਪਰਜੈ ਆਪਣ ਸੁਭਾਉ। ਪਰ ਅੱਗ ਵੀ ਇੱਕ ਦੇਵਤਾ ਹੈ ਸਾਧ ਸੰਗਤ ਜੀ। ਜਦੋਂ ਅਗਨੀ ਨੇ ਤੱਕਿਆ ਹੈ ਮਹਾਰਾਜ ਜੀ ਜਿਸ ਤਰ੍ਹਾਂ ਬਚਨ ਆ ਰਹੇ ਸੀ ਕਿ ਦੇਵ ਭਾਵ ਸਭ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਧਿਆਰੇ ਹਨ। ਅੰਤ ਨਾ ਪਾਵਤ ਦੇਵ ਸਭੈ ਮੁਨ। ਅਗਨੀ ਦੇਵਤਾ ਵੀ ਹਜੂਰ ਦਾ ਅੰਤ ਨਹੀਂ ਪਾ ਰਿਹਾ। ਇਹਨਾਂ ਦੇ ਸਰੀਰ ਤੇ ਮੇਰਾ ਅਸਰ ਹੀ ਨਹੀਂ ਹੋ ਰਿਹਾ। ਹਜੂਰ ਦੇ ਸਤਕਾਰ ਵਾਸਤੇ ਅੱਗ ਨੇ ਆਪਣਾ ਸੁਭਾਅ ਹੀ ਵਿਪਰਜੇ ਕਰ ਲਿਆ ਹੈ। ਅੱਗ ਗਰਮ ਹੁੰਦੀ ਹੈ ਪਰ ਜਿਸ ਤਰ੍ਹਾਂ ਹਜੂਰ ਹਾਂਜੀ ਬਚਨ ਆਉਂਦੇ ਹਨ। ਤੇਜ ਛੋਰ ਕਰ ਸੀਤਲ ਹੋਵਾ। ਅੱਗ ਤੇਜ ਛੱਡ ਕੇ ਤਪਤ ਛੱਡ ਕੇ ਠੰਡੀ ਹੋ ਗਈ ਹੈ। ਗੁਰ ਤਨ ਤਾਪ ਤਣਕ ਨਹਿ ਜੋਵਾ। ਮਹਾਰਾਜ ਜੀਆਂ ਦੇ ਤਨ ਨੂੰ ਤਣਕ ਮਾਤਰ ਵੀ ਅੱਗ ਦਾ ਸੇਕ ਨਾ ਸੀ ਪੋਇਆ। ਦੋਹਰਾ ਕਿਤਿਕ ਕਾਲ ਬੈਠੇ ਰਹੇ ਪੁੰਨ ਖਲ ਕਹਿ ਨਿਕਸਾਏ। ਹਜੂਰ ਸਾਧ ਸੰਗਤ ਜੀ ਸਾਰਾ ਦਿਨ ਫਿਰ ਦੇਗਚੀ 'ਚ ਬੈਠੇ ਰਹੇ ਹਨ। ਖਲ ਮੂਰਖ ਚੰਦੂ ਨੇ ਤੱਕਿਆ ਹੈ। ਫਿਰ ਹਜੂਰ ਨੂੰ ਸਾਧ ਸੰਗਤ ਜੀ ਦੇਗ ਵਿੱਚੋਂ ਕੱਢਿਆ ਗਿਆ ਹੈ। ਗਇਓ ਸਦਨ ਨਿਜ ਮੂੜ ਮਤ ਮਹਿਮਾ ਲਖੀ ਨਾ ਕਾਏ। ਮੂਰਖ ਮਤ ਚੰਦੂ ਆਪਣੇ ਘਰ ਵਿੱਚ ਜਿਸ ਤਰ੍ਹਾਂ ਜਾਂਦਾ ਹੈ ਪਰ ਹਜੇ ਵੀ ਹਜੂਰ ਦੀ ਮਹਿਮਾ ਉਸ ਪਾਪੀ ਤੋਂ ਲਖੀ ਨਾ ਗਈ, ਨਾ ਜਾਣੀ ਗਈ ਕਿ ਜਿਨ੍ਹਾਂ ਤੇ ਅੱਗ ਵੀ ਅਸਰ ਨਹੀਂ ਕਰ ਰਹੀ। ਐਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਤਰ੍ਹਾਂ ਅੱਗੇ ਚੰਦੂ ਪਾਪੀ ਮਹਾਰਾਜ ਜੀਆਂ ਨੂੰ ਹੋਰ ਜਿਸ ਤਰ੍ਹਾਂ ਆਪਣੇ ਵੱਲੋਂ ਤਾਂ ਤਸੀਹੇ ਦਿੰਦਾ ਹੈ, ਤਪਦੀ ਹੋਈ ਰੇਤਾ ਸੀਸ ਤੇ ਪਵਾਉਂਦਾ ਹੈ, ਤੱਤੀ ਤਵੀ ਤੇ ਫਿਰ ਬਿਠਾਇਆ ਜਾਂਦਾ ਹੈ। ਫਿਰ ਜਿਸ ਤਰ੍ਹਾਂ ਹਜੂਰ ਸ਼ਹਾਦਤ ਪ੍ਰਾਪਤ ਕਰਦੇ ਹਨ। ਕੱਲ ਹਜੂਰ ਦੇ ਸਾਧ ਸੰਗਤ ਜੀ ਸ਼ਹੀਦੀ ਗੁਰਪੁਰਬ ਹਨ। 3 ਤਰੀਕ ਵਾਲੇ ਦਿਨ ਮਹਾਰਾਜ ਜੀ ਕਿਰਪਾ ਕਰਨ। ਹਜੂਰ ਦੇ ਸਾਧ ਸੰਗਤ ਜੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਸਿੱਖ ਸੰਗਤਾਂ ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਹਨ। ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ। ਜਿਹੜਾ ਸਤਿਗੁਰਾਂ ਜੀਆਂ ਵੱਲੋਂ ਦਿੱਤਾ ਹੋਇਆ ਮਹਾ
ਦਾਨ ਗੁਰਬਾਣੀ ਦਾ ਜੋ ਗਿਆਨ ਹੈ, ਗੁਰਸਿੱਖਾਂ ਦੇ ਮਨ ਵਿੱਚੋਂ ਚਾਹ ਨਹੀਂ ਹਟਦਾ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿ ਥਾ, ਜੋ ਇਸ ਸੰਸਾਰ ਤੋਂ ਪਾਰ ਲੰਘਾਉਣ ਵਾਸਤੇ ਭੱਟ ਕਹਿੰਦੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਗੁਰਬਾਣੀ ਦਾ ਜਹਾਜ਼ ਤਿਆਰ ਕੀਤਾ ਹੈ। ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਦਰਿਓ। ਗੁਰਸਿੱਖ ਸੰਗਤਾਂ ਹਜੂਰ ਨੂੰ ਇੰਨਾ ਪਿਆਰ ਕਰਦੀਆਂ ਹਨ, ਨਾਮ ਲਾਗ, ਨਾਮ ਦੀ ਲਾਗ ਟੇਵ ਹੀ ਲੱਗ ਜਾਂਦੀ ਹੈ ਗੁਰਸਿੱਖਾਂ ਨੂੰ। ਸਭ ਸੰਸਾਰ ਉਧਰਦਾ ਜਾ ਰਿਹਾ ਹੈ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਐਸੇ ਸਤਿਗੁਰੂ ਜਿਨ੍ਹਾਂ ਬਾਬਤ ਹਜੂਰ ਉਚਾਰਦੇ ਹਨ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾ ਨਰੋਆ। ਸਭ ਸੰਸਾਰ ਆਉਣ ਜਾਣ ਦੇ ਚੱਕਰਾਂ ਵਿੱਚ ਹੈ, ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਤ ਨਵੇਂ ਹਨ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਦੇ ਆਤਮਕ ਸਰੂਪ ਸ਼ਸਤਰਾਂ ਸਮੇਤ ਤਖਤ ਤੇ ਭਾਰੀ ਸੋਭਾ ਪਾ ਰਹੇ ਹਨ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਹਜੂਰ ਦਾ ਚੰਦੋਆ ਭਾਰੀ ਸੋਭਾ ਪਾ ਰਿਹਾ ਹੈ। ਹਜੂਰ ਕਿਰਪਾ ਕਰਨ, ਗੁਰਸਿੱਖੀ ਦੀਆਂ ਦਾਤਾਂ, ਨਾਮ ਦਾ ਰੰਗ, ਸਾਧ ਦਾ ਸੰਗ ਤੇ ਨਿਸ਼ਚਾ ਭੰਗ ਬਖਸ਼ਣ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਹੋ ਗਈਆਂ ਹੋਣਗੀਆਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਅੱਗੇ ਜਿਸ ਤਰ੍ਹਾਂ ਪ੍ਰਸੰਗ ਆਵੇਗਾ ਹਜੂਰ ਕਿਰਪਾ ਕਰਨਗੇ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਿਤਕ ਕਾਲ ਬੈਠੇ ਰਹੇ, ਪੁਨ ਖਲ ਕਹਿ ਨਿਕਸਾਏ, ਗਇਓ ਸਦਨ ਨਿਜ ਮੂੜ ਮਤ, ਮਹਿਮਾ ਲਖੀ ਨਾ ਕਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਭਾਈ ਕਰਨਵੀਰ ਸਿੰਘ ਜੀ ਆਪ ਸੰਗਤਾਂ ਨੂੰ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਕੱਲ ਨੂੰ ਸ੍ਰੀ